डंडौत बंदन अनेक बार, सर्ब कला समरथ, डोलन तेरा कौ प्रभु, नानक दे कर हथ। ज्ञान अंजन गुर दिया, अज्ञान अंधेर विनाश, हर कृपा ते संत भेटिया, नानक मन परगास। याही कुल ते प्रगट होए, ताही कुल को नाम, पुन द्वादश गुरिंद को मेरी है प्रणाम। परम सत्कारयोग सतगुरु जी दे पावन पवित्र दरबार विच बैठी हुई साध संगत जियो, अपनियां मन बिरतियां नूं एकागर करन दे लई, रसना नूं पवित्र करन लई एक वारी सारे ही रल के आखिए, धन श्री सतगुरु जगजीत सिंह सच्चे पातशाह। सतगुरु नानक देव सच्चे पातशाह जी का पावन पवित्र इतिहास साहब जी लड़ीबद्ध श्रवण कर रहे थे। इतिहास इत्थों तक पहुंचा है। एक दिन खत्तरी भगता ते ओरी जापू वंश दा दोवें सतगुरां दे हजूर पहुंचे ने। सतगुरां नूं सवाल कीता, सच्चे पातशाह जिहड़े विद्यावान ने, जिहड़े पढ़े लिखे ने, ਉਹ ਤੇ ਤੁਹਾਡੀ ਸਿੱਖਿਆ ਨੂੰ ਚੰਗੇ ਤਰੀਕੇ ਦੇ ਨਾਲ ਧਾਰਨ ਕਰਦੇ ਨੇ, ਪਰ ਅਸੀਂ ਤੇ ਦੋਵੇਂ ਅਨਪੜ੍ਹ ਹਾਂ। ਸੱਚੇ ਪਾਤਸ਼ਾਹ ਸਾਡੇ ਤੇ ਕਿਵੇਂ ਕਿਰਪਾ ਹੋ ਸਕਦੀ ਹੈ? ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨੇ ਕਿ ਵਿਦਿਆਵਾਨ ਤੇ ਅਨਪੜ੍ਹ ਦੀ ਇੱਥੇ ਕੋਈ ਗੱਲ ਨਹੀਂ ਹੈ। ਗੁਰੂ ਜੀ ਕਹਿੰਦੇ ਨੇ ਜੇ ਮਨ ਮੁਖਤਾ ਨੂੰ ਮਨ ਤੋਂ ਛੱਡ ਦੋਗੇ ਨਾ ਤੇ ਤੁਹਾਡਾ ਵੀ ਪਾਰ ਉਤਾਰਾ ਹੋ ਜਾਏਗਾ। ਫਿਰ ਉਹਨਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਦੱਸੋ ਕਿ ਕਿਹੜੇ ਕਿਹੜੇ ਲੱਛਣ ਹੁੰਦੇ ਨੇ ਮਨਮੁਖਤਾ ਦੇ, ਤਾਂ ਕਿ ਅਸੀਂ ਮਨਮੁਖ ਨਾ ਬਣੀਏ, ਗੁਰਮੁਖ ਬਣੀਏ। ਇਹ ਸਵਾਲ ਕੀਤਾ ਉਹਨਾਂ ਨੇ। ਪਰਸੋਂ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਤਬ ਸ੍ਰੀ ਗੁਰ ਸਗਰੀ ਬਿਦ ਬਰਨੀ, ਹਿਰਦੈ ਈਰਖਾ ਸਭ ਸੋ ਕਰਨੀ। ਹੁਣ ਇਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਨਮੁਖਾਂ ਦੇ ਲੱਛਣ ਦੱਸ ਰਹੇ ਨੇ। ਗੁਰੂ ਜੀ ਕਹਿੰਦੇ ਨੇ ਕਿ ਹਰ ਇੱਕ ਦੇ ਨਾਲ ਈਰਖਾ ਨੂੰ ਧਾਰਨ ਕਰਨਾ ਇਹ ਵੀ ਮਨਮੁਖਾਂ ਦਾ ਇੱਕ ਕੰਮ ਹੈ। ਜਗਤ ਪਦਾਰਥ ਸੁਖ ਜੇ ਸਾਰੇ, ਸਭ ਕੇ ਮਿਟ ਕਰ ਹੋਏ ਹਮਾਰੇ। ਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਮਨਮੁਖ ਆਦਮੀ ਹੈ ਉਹਦੀ ਇਹ ਸੋਚ ਹੁੰਦੀ ਹੈ ਕਿ ਸੰਸਾਰ ਦੇ ਜਿੰਨੇ ਵੀ ਸੁੱਖਾਂ ਦੇ ਪਦਾਰਥ ਨੇ ਉਹ ਸਾਰਿਆਂ ਤੋਂ ਖੁੱਸ ਜਾਣ ਤੇ ਸਾਰੇ ਪਦਾਰਥ ਮੈਨੂੰ ਮਿਲ ਜਾਣ, ਭਾਵੇਂ ਕਿ ਸਾਰੇ ਦੁਖੀ ਹੋਣ ਪਰ ਮੈਨੂੰ ਸੁੱਖ ਮਿਲਣ। ਇਹ ਮਨਮੁਖ ਦਾ ਲੱਛਣ ਹੈ। ਸਾਧਨ ਬਬੂਤਿਆ ਪਰ ਕੋ ਦੇਖੀ, ਪੀਰਾ ਪਾਵੈ ਹਿਰਦੈ ਵਸ਼ੇਖੀ। ਜੇ ਕਿਸੇ ਹੋਰ ਦੇ ਘਰ ਦੀ ਦੌਲਤ ਨੂੰ, ਉਸ ਦੇ ਸੁੱਖ ਨੂੰ ਦੇਖ ਲੈਂਦਾ ਹੈ ਤੇ ਮਨ ਦੇ ਵਿੱਚ ਖੁਸ਼ੀ ਨਹੀਂ ਆਉਂਦੀ ਮਨਮੁਖ ਦੇ, ਸਗੋਂ ਮਨਮੁਖ ਬਹੁਤ ਹੀ ਜ਼ਿਆਦਾ ਉਸ ਦੇ ਨਾਲ ਪੀੜਤ ਹੁੰਦਾ ਹੈ, ਦੁਖੀ ਹੁੰਦਾ। ਸਰਬ ਨਰਨ ਕੋ ਸ਼ਤਰੂ ਜਾਣੈ, ਸੰਗ ਨ ਕਿਸੈ ਭਲਾਈ ਠਾਨੈ। ਉਹ ਸਾਰਿਆਂ ਲੋਕਾਂ ਨੂੰ, ਸਾਰੀ ਦੁਨੀਆ ਨੂੰ ਆਪਣਾ ਵੈਰੀ ਜਾਣਦਾ ਹੈ ਔਰ ਕਿਸੇ ਦੇ ਨਾਲ ਵੀ ਉਹ ਕਦੇ ਭਲਾਈ ਨਹੀਂ ਕਰਦਾ। ਮਨਮੁਖ ਇਸ ਤਰ੍ਹਾਂ ਦਾ ਹੁੰਦਾ ਹੈ। ਇੱਕ ਮਨ ਮੁਖ ਕੋ ਕਰਮੇ, ਤਿਆਗੋ ਔਰ ਤੇ ਸੋਏ। ਦੂਸਰ ਹਉ ਮੈਂ ਮਨ ਕਰੈ, ਸਭ ਸੋ ਨਿਰਦੈ ਹੋਏ। ਗੁਰੂ ਜੀ ਕਹਿੰਦੇ ਨੇ ਜਿੰਨੀਆਂ ਮੈਂ ਗੱਲਾਂ ਪਹਿਲਾਂ ਆਖੀਆਂ ਨੇ ਇਹ ਸਿਰਫ ਮਨਮੁਖ ਦਾ ਇੱਕ ਹੀ ਲੱਛਣ ਦੱਸਿਆ। ਗੁਰੂ ਜੀ ਕਹਿੰਦੇ ਨੇ ਕਿ ਇਸ ਕਰਕੇ ਐਸੇ ਕੰਮਾਂ ਨੂੰ ਹਿਰਦੇ ਤੋਂ ਵਸਾਰ ਦੋ ਜਿਹੜੇ ਮੈਂ ਤੁਹਾਨੂੰ ਬਿਆਨ ਕੀਤੇ ਨੇ। ਗੁਰੂ ਜੀ ਕਹਿੰਦੇ ਨੇ ਦੂਸਰਾ ਹਉਮੈ ਮਨ ਕਰੈ ਸਭ ਸੋ ਨਿਰਦਈ ਹੋਏ। ਦੂਸਰਾ ਮਨਮੁਖ ਦਾ ਇਹ ਲੱਛਣ ਹੈ ਕਿ ਉਹ ਮਨ ਦੇ ਨਾਲ, ਹਰ ਇੱਕ ਦੇ ਨਾਲ ਈਰਖਾ ਕਰਦਾ ਹੈ। ਬੜਾ ਵੱਡਾ ਉਹ ਹੰਕਾਰੀ ਵੀ ਹੁੰਦਾ ਹੈ
ਇਸ ਤੋਂ ਇਲਾਵਾ ਬਹੁਤ ਵੱਡਾ ਨਿਰਦਈ ਹੁੰਦਾ ਹੈ, ਕਿਸੇ ਤੇ ਦਇਆ ਨਹੀਂ ਕਰ ਸਕਦਾ ਮਨਮੁਖ ਪੁਰਸ਼। ਜੇ ਨਿਜ ਤੇ ਘਟ ਦੇਖਹਿ ਤੇਈ, तेह को मत नहीं कैसे देई। मनुख ਦਾ ਦੂਸਰਾ ਇਹ ਲੱਛਣ ਹੈ ਕਿ ਜੇ ਆਪਣੇ ਤੋਂ ਕਿਸੇ ਨੂੰ ਘੱਟ ਦੇਖਦਾ ਹੈ, ਕਿ ਕਿਸੇ ਦੇ ਵਿੱਚ ਬਹੁਤੀ ਮਤ ਨਹੀਂ ਹੈ, ਕਿ ਕੋਈ ਸ੍ਰੇਸ਼ਟ ਬੁੱਧੀ ਨਹੀਂ ਹੈ, ਤੇ ਕਹਿੰਦੇ ਨੇ ਉਹ ਕਿਸੇ ਨੂੰ ਆਪਣਾ ਗਿਆਨ ਜਾਂ ਮਤ ਦੇਣੀ ਵੀ ਨਹੀਂ ਚਾਹੁੰਦਾ। ਹਾਸੀ ਕਰੈ ਧਰੈ ਹੰਕਾਰਾ, ਇਹ ਨਹੀਂ ਸਮ ਮਮ ਬੁੱਧ ਉਦਾਰਾ। ਜਿਹਦੇ ਵਿੱਚ ਗਿਆਨ ਦੀ ਬੁੱਧੀ ਨਹੀਂ ਹੈ, ਉਸ ਦੇ ਵਾਸਤੇ ਜਿਹੜਾ ਮਨਮੁਖ ਆਦਮੀ ਹੈ ਉਹ ਹਾਸੀ ਕਰਦਾ ਹੈ, ਉਸ ਦਾ ਮਜ਼ਾਕ ਉਡਾਉਂਦਾ ਹੈ ਤੇ ਮਨ ਦੇ ਵਿੱਚ ਇਹ ਹੰਕਾਰ ਨੂੰ ਧਾਰਨ ਕਰਦਾ ਹੈ। ਇਹ ਨਹੀਂ ਸਮਮਮ ਕਿ ਮੇਰੇ ਬਰਾਬਰ ਹੋ ਨਹੀਂ ਸਕਦਾ, ਮੇਰੀ ਜਿਹੜੀ ਬੁੱਧੀ ਹੈ ਉਹ ਤੇ ਬਹੁਤ ਵੱਡੀ ਵਿਸ਼ਾਲ ਹੈ। ਪੁਣ ਤੀਜੀ ਨਿੰਦਾ ਪਹਿਚਾਨ, ਤਿਆਗ ਦੀਜੀਏ ਕਬ ਨ ਬਖਾਨ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਭਗਤੇ ਨੂੰ ਤੇ ਉਹਰੀ ਨੂੰ ਮਨਮੁਖਾਂ ਦੇ ਲੱਛਣ ਦੱਸਦੇ ਨੇ। ਗੁਰੂ ਜੀ ਕਹਿੰਦੇ ਨੇ ਤੀਸਰਾ ਲੱਛਣ ਹੁੰਦਾ ਹੈ ਮਨਮੁਖ ਦੇ ਵਿੱਚ ਕਿ ਉਹ ਨਿੰਦਾ ਕਰਦਾ ਹੈ। ਇਸ ਕਰਕੇ ਨਿੰਦਿਆ ਨੂੰ ਵੀ ਤੁਸੀਂ ਛੱਡ ਦੇਣਾ ਹੈ। ਜੇ ਨਿੰਦਿਆ ਨੂੰ ਨਾ ਛੱਡੋਗੇ ਤੇ ਫਿਰ ਮਨਮੁਖ ਰਹੋ। ਜੋ ਬਸ਼ੇਸ਼ ਆਪਣੇ ਤੇ ਹੋਏ, तेह की उस्तत कर है कोई। गुरु जी कहते ने कि पहली ते गल है कि मनमुख किसी की उस्तति नहीं करता, किसी की सिफत नहीं करता, पर कहते ने जे कोई होर सिफत करता होवे ते ओदी सुनी हुई गल नूं भी वो नहीं सहारदा। सुन कर नहीं सहारनी, जर बर तेह ते जाए, देखियो सो मोर है इस बिद निंद अलाए। गुरु जी कहते ने जो कोई होर किसी मनुख की सिफत करता है, शलाघा करता है ते मनमुख उस नूं सहारदा नहीं है, वो सड़ जाता है इस तरीके दे नाल। देखियो सो मेरो है इस बिद निंद अलाए। जदों कोई सिफत करता है ना ते फिर मनमुख उस नूं जवाब दिंदा है, मैं वेख्या होया। आम कह दिंदे मैं वेख्या जिहदी तू सिफत करदा है। जिस तरह बोल चाल दे विच आपां आम कह दिंदे आ कि तू फलाणे नूं इन्ना चंगा कहना, इन्ना वधिया कहना, मैं किते भुल्ला होया, मैं वेख्या होया। मनमुख इस तरह जवाब दिंदा। सामसों गर्भ असूया तरही, ओ नर क्या हो गुण पर पुरही। उस वेले हंकार दे नाल भरिया होया, भाव के ईरखा नूं धारण करके फिर ये कहंदा है, ओ नर क्या हो गुण भरपूर ही। जिहदी तू सिफत कर रहा है उहदे विच किहड़ा गुण है, वो मेरे सामने कित्थे है, वो ते गुणा तो हीना है ते मैं विशाल गुणा दा मालक। चौथी हठ बिरती अस जोए, दे उपदेश न मने कोए। ये तीसरे प्रकार का लक्षण है जिहड़ा तुहानूं दस्सिया। गुरु जी कहंदे ने कि चौथा लक्षण मनमुख दा ये हुंदा है कि उहदी हठ वाली बिरती हुंदी है, बहुत ज्यादा जिद्दी हुंदा है। दे उपदेश मन्ने कोई, अपना उपदेश दूसरे नूं दिंदा है कि मेरे उपदेश दे धारनी बनो, मेरी गल नूं मनो। तदप हठ कर पुन कहही, चतर कर्म मन मुख के अही। पर गुरु जी कहते ने जे ओदा उपदेश लैण वाला, ओदी गल नूं सुनन वाला, ओदे उपदेश नूं नहीं लैंदा, ओदी गल नूं नहीं मनदा, तां भी जिहड़ा मनमुख है ना वो अपने हट नूं नहीं छड्डदा, बार बार उस नूं करन दे वास्ते मजबूर करदा है। चतर कर्म मनमुख के अही, ये चार लक्षण हुंदे ने, ये चार काम हुंदे ने। गुरु जी कहंदे ने मनमुखां तिन को त्याग करो तुम ऐसे, सिसर बिखे तर पत्रन जैसे। हुण सतगुरु नानक देव सच्चे पातशाह जी भगते ते ओरी नूं कहंदे ने कि इन्हां चारे ही लक्षणां नूं जिहड़े कि मनमुख दे ने इस तरह छड्ड देना है
ਕਿ ਜਿਵੇਂ ਪਤਝੜ ਦੀ ਰੁੱਤ ਦੇ ਵਿੱਚ ਜਿਹੜੇ ਰੁੱਖ ਨੇ ਨਾ ਉਹ ਆਪਣੇ ਪੱਤਿਆਂ ਦਾ ਤਿਆਗ ਕਰ ਦਿੰਦੇ ਨੇ, ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਤਿਆਗ ਦੇਣਾ ਹੈ, ਛੱਡ ਦੇਣਾ। ਸਿੱਖਣ ਕੋ ਗੁਰ ਦੇਵ ਸਮ ਜਾਨ ਮਨ ਕਰ ਨੀਵ ਧਰਮ ਕ੍ਰਿਤ ਕਰ ਜਗਤ ਮੈਂ ਖਾਵੈ ਵੰਡ ਸਦੀਵ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੋਵਾਂ ਨੂੰ ਸਿੱਖਿਆ ਦਿੱਤੀ ਕਿ ਚੰਗਾ ਮਨੁੱਖ ਉਹ ਹੁੰਦਾ ਹੈ ਜਿਹੜਾ ਕਿ ਸਿੱਖਾਂ ਦੀ ਗੁਰੂਦੇਵ ਸਮਝ ਕੇ ਸੇਵਾ ਕਰਦਾ ਹੈ ਔਰ ਆਪਣੇ ਮਨ ਨੂੰ ਹਰ ਇੱਕ ਪ੍ਰਕਾਰ ਦੇ ਨਾਲ ਨੀਵਾਂ ਰੱਖਦਾ ਹੈ, ਧਰਮ ਦੀ ਕਿਰਤ ਕਰਦਾ ਹੈ, ਜਗਤ ਦੇ ਵਿੱਚ ਜੇਕਰ ਰਹਿੰਦਾ ਹੈ ਤੇ ਵੰਡ ਕੇ ਖਾਂਦਾ ਹੈ, ਉਹ ਜਿਹੜਾ ਮਨੁੱਖ ਹੈ ਨਾ ਉਹ ਸਾਰਿਆਂ ਤੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ। ਗੁਰੂ ਜੀ ਕਹਿੰਦੇ ਨੇ ਤੁਸੀਂ ਇਸੇ ਤਰ੍ਹਾਂ ਦੇ ਹੋ ਕੇ ਰਹਿਣਾ। ਆਸੇ ਉਪਦੇਸ਼ ਗੁਰੂ ਕੋ ਸੁਨ ਕੇ ਮੰਨਿਓ ਮਨ ਕੀਨੋ ਸ਼ੁਭ ਗੁਣ ਕੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਦੋਵਾਂ ਨੇ ਸੁਣਿਆ, ਸਿਰਫ ਸੁਣਿਆ ਨਹੀਂ ਹੈ, ਫਿਰ ਉਸ ਤੇ ਮਨ ਨੂੰ ਮਨਾਇਆ ਹੈ। ਇਸ ਤਰ੍ਹਾਂ ਗੁਰੂ ਜੀ ਦੇ ਗੁਣਾਂ ਨੂੰ ਉਹਨਾਂ ਨੇ ਗ੍ਰਹਿਣ ਕੀਤਾ। ਬਰਤਨ ਲਗੇ ਜਗਤ ਮੇਂ ਐਸੇ ਕੇਵਲ ਹੋਵੇ ਪ੍ਰਾਪਤ ਜੈਸੇ। ਫਿਰ ਉਹ ਦੋਵੇਂ ਜਾਣੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਵਿਚਰਨ ਲੱਗੇ ਨੇ, ਇਸ ਤਰ੍ਹਾਂ ਵਰਤਣ ਲੱਗੇ ਨੇ ਕਿ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੂੰ ਕੇਵਲ ਦੀ ਮੋਕਸ਼ ਦੀ ਪ੍ਰਾਪਤੀ ਹੋਈ। ਛੀਹਾਂ ਗੱਜਣ ਦੋਨੋਂ ਪਾਈ ਸੋਇਆ ਏ ਸਤਿਗੁਰ ਸਰਨਾਈ। ਇੱਕ ਦਿਨ ਸਿੰਘਾਂ ਤੇ ਗੱਜਣ ਦੋਵੇਂ ਸਕੇ ਭਰਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚਰਨ ਸਰਨ ਦੇ ਵਿੱਚ ਪਹੁੰਚੇ। ਦਰਸ਼ਨ ਦੇਖਿਓ ਸ੍ਰੀ ਸੁਖ ਕੰਦਾ ਕਰੀ ਬੰਦਨਾ ਪਦ ਅਰਬਿੰਦਾ। ਦੋਵਾਂ ਨੇ ਆਣ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਕਿ ਸੁਖਾਂ ਦੇ ਮੂਲ ਨੇ ਉਹਨਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਕਰ ਜੋਰੇ ਠਾਂਡੇ ਪਾਏ ਅਸ ਕੀਨੀ ਅਰਦਾਸ ਚਤਰ ਪਦਾਰਥ ਦੇਹੁ ਪ੍ਰਭ ਜਨਮ ਮਰਨ ਕਟ ਫਾਸ। ਸਿੰਘਾਂ ਤੇ ਗੱਜਣ ਦੋਵੇਂ ਭਰਾ ਨੇ, ਦੋਵਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ 4 ਪਦਾਰਥ ਦਿਓ ਔਰ ਸਾਡਾ ਜਿਹੜਾ ਜੰਮਣ ਤੇ ਮਰਨ ਦਾ ਦੁੱਖ ਹੈ ਨਾ ਉਹ ਕੱਟਿਆ ਜਾਵੇ। 4 ਪਦਾਰਥ ਵਿਦਵਾਨਾਂ ਨੇ ਇਹ ਮੰਨੇ ਨੇ, ਧਰਮ, ਅਰਥ, ਕਾਮ ਤੇ ਮੋਕਸ਼, ਇਹ 4 ਪਦਾਰਥ ਮੰਨੇ ਗਏ ਨੇ। ਕਹਿੰਦੇ ਨੇ ਜੀ ਨਾਲੇ 4 ਪਦਾਰਥ ਬਖਸ਼ੋ ਤੇ ਨਾਲੇ ਕਿਰਪਾ ਕਰੋ ਕਿ ਅਸੀਂ ਜੰਮਣ ਮਰਨ ਦੀ ਫਾਈ ਦੇ ਵਿੱਚੋਂ ਨਿਕਲ ਜਾਈਏ। ਤੁਮਰੇ ਸਰਸ ਨ ਆਪਰੇ ਉਦਾਰਾ ਜੋ ਜਾਚੈ ਸੋ ਦੇਹੋ ਦਾਤਾਰਾ। ਕਹਿੰਦੇ ਨੇ ਕਿ ਤੁਹਾਡੇ ਬਰਾਬਰ ਦਾ ਅਸੀਂ ਕੋਈ ਵੀ ਉਧਾਰ ਅਜੇ ਤੱਕ ਨਹੀਂ ਤੱਕਿਆ, ਇਸ ਕਰਕੇ ਸੱਚੇ ਪਾਤਸ਼ਾਹ ਜੋ ਜਾਚੈ ਅਸੀਂ ਜੋ ਮੰਗ ਰਹੇ ਹਾਂ ਨਾ ਸਾਡੀ ਮੰਗ ਨੂੰ ਪੂਰਾ ਕੀਤਾ ਜਾਵੇ। ਆਸਾ ਤਾਰੇ ਅਰਦਾਸ ਬਖਾਨੀ ਪੂਰਨ ਕੀਜੈ ਸਿਰ ਗੁਣ ਖਾਨੀ। ਕਹਿੰਦੇ ਨੇ ਅਸੀਂ ਆਸ ਨੂੰ ਧਾਰਨ ਕਰਕੇ ਤੁਹਾਡੇ ਸਾਹਮਣੇ ਬੇਨਤੀ ਕੀਤੀ ਹੈ, ਕਿਰਪਾ ਕਰਕੇ ਸਾਡੀ ਬੇਨਤੀ ਨੂੰ ਪੂਰਨ ਕੀਤਾ ਜਾਵੇ। ਹੇ ਗੁਰੂ ਜੀ ਤੁਸੀਂ ਗੁਣਾਂ ਦੀ ਖਾਣ ਹੋ। ਸੁਣ ਕੈ ਸਿਰ ਗੁਰ ਗਿਰਾ ਲਾਈ ਲੋਚਨ ਕੋਰਨ ਕਰੁਣਾ ਛਾਈ। ਜਦੋਂ ਦੋਵਾਂ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਉਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਨੇਤਰਾਂ ਦੇ ਕੋਣਿਆਂ ਦੇ ਵਿੱਚ ਕਰੁਣਾ ਛੁਪੀ ਰਹਿੰਦੀ ਹੈ ਉਹਨਾਂ ਨੇ ਫਿਰ ਇਸ ਤਰ੍ਹਾਂ ਬਚਨ ਕੀਤਾ। ਕਹਿੰਦੇ ਨੇ ਸਿਮਰੋ ਵਾਹਿਗੁਰੂ ਲਿਵ ਲਾਈ ਦੇ ਪਦਾਰਥ ਸੋ ਤੁਮ ਤਾਈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਦਾ ਸੁਰਤੀ ਨੂੰ ਜੋੜ ਕੇ ਸਿਮਰਨ ਕਰੋ, ਉਸ ਦਾ ਜਾਪ ਕਰੋ। ਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ ਉਹੀ ਤੁਹਾਨੂੰ 4 ਪਦਾਰਥਾਂ ਦਾ ਦਾਨ ਦੇਵੇ। ਕਹਿ ਸੋਈਆਂ ਕੋ ਅਰਥ ਬਤਾਵੋ ਦੇ ਉਪਦੇਸ਼ ਭਲੇ ਸਮਝਾਵੋ। ਜਦੋਂ ਸਤਿਗੁਰਾਂ ਨੇ ਇਹ ਆਖਿਆ
ਕਿ ਵਾਹਿਗੁਰੂ ਦਾ ਨਾਮ ਜਪਿਆ ਕਰੋ। ਉਸ ਵੇਲੇ ਕਹਿੰਦੇ ਨੇ ਜਾਂ ਕੋ ਅਰਥ ਬਤਾਓ, ਕਹਿੰਦੇ ਨੇ ਇਹ ਦੱਸੋ ਜੀ ਵਾਹਿਗੁਰੂ ਦੇ ਕੀ ਅਰਥ ਨੇ, ਇਸ ਦਾ ਕੀ ਮਤਲਬ ਹੈ। ਦੇ ਕੇ ਆਪਣਾ ਪਵਿੱਤਰ ਉਪਦੇਸ਼ ਚੰਗੇ ਤਰੀਕੇ ਦੇ ਨਾਲ ਸਮਝਾਓ ਕਿ ਵਾਹਿਗੁਰੂ ਦਾ ਕੀ ਅਰਥ ਹੁੰਦਾ। ਤਬ ਸ੍ਰੀ ਨਾਨਕ ਅਰਥ ਬਖਾਨਾ, ਜੇ ਸਿਮਰੈ ਸੇ ਨਰ ਮਤਵਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਵਾਹਿਗੁਰੂ ਦੇ ਨਾਮ ਨੂੰ ਸਿਮਰ ਕੇ ਮਨੁੱਖ ਜਿਹੜੇ ਨੇ ਸ੍ਰੇਸ਼ਟ ਬੁੱਧੀ ਵਾਲੇ ਉਹ ਖੁਸ਼ ਹੁੰਦੇ ਨੇ। ਉਸ ਵੇਲੇ ਉਸ ਵਾਹਿਗੁਰੂ ਦੇ ਨਾਮ ਦਾ ਅਰਥ ਸਤਿਗੁਰਾਂ ਨੇ ਬਖਾਣ ਕੀਤਾ। ਵਾਸਦੇਵ ਵਾ ਵਰਨ ਹਾ ਹਾ ਹਰ ਤੇ ਲੀਨ, ਗੱਗਾ ਗੋਬਿੰਦ ਤੇ ਲਿਓ ਰਾਰਾ ਰਾਮ ਪਰਬੀਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਪਹਿਲਾ ਅੱਖਰ ਹੈ ਵਾਵਾ, ਗੁਰੂ ਜੀ ਕਹਿੰਦੇ ਨੇ ਉਹ ਵਾਸਦੇਵ ਤੋਂ ਲਿਆ ਹੈ। ਜਿਹੜਾ ਦੂਸਰਾ ਅੱਖਰ ਹੈ ਹਾਹਾ, ਉਹ ਕਹਿੰਦੇ ਨੇ ਹਰੀ ਤੋਂ ਲਿਆ ਹੈ। ਔਰ ਤੀਜਾ ਜਿਹੜਾ ਗੱਗਾ ਹੈ ਉਹ ਗੋਬਿੰਦ ਤੋਂ ਲਿਆ ਹੈ। ਔਰ ਚੌਥਾ ਜਿਹੜਾ ਅੱਖਰ ਰਾਰਾ ਹੈ ਨਾ ਉਹ ਰਾਮ ਤੋਂ ਲਿਆ ਹੈ। ਵਾਸਦੇਵ ਔਰ ਹਰੀ ਔਰ ਗੋਬਿੰਦ ਔਰ ਰਾਮ ਭਾਵੇਂ ਕਿ ਇੱਕ ਇੱਕ ਸ਼ਬਦ ਦੇ ਬਹੁਤੇ ਬਹੁਤੇ ਅਰਥ ਹੁੰਦੇ ਨੇ, ਪਰ ਇਸ ਜਗ੍ਹਾ ਦੇ ਉੱਤੇ ਚਾਰੇ ਦੇ ਚਾਰੇ ਜਿਹੜੇ ਇਹ ਸ਼ਬਦ ਲੈ ਗਏ ਨੇ ਇਹ ਸਿਰਫ ਪਰਮੇਸ਼ਰ ਦੇ ਵਾਚਕ ਨੇ। ਵਾਸਦੇਵ ਪਰਮੇਸ਼ਰ ਨੂੰ ਆਖਿਆ ਜਾਂਦਾ ਹੈ। ਗੁਰਬਾਣੀ ਦੇ ਬਹੁਤ ਸਾਰੇ ਪ੍ਰਮਾਣ ਇਸ ਦੇ ਵਾਸਤੇ ਦਿੱਤੇ ਜਾਂਦੇ ਨੇ। ਆਸਾ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੋਇਆ ਵਵੈ ਵਾਸ ਦਿਓ ਪਰਮੇਸ਼ਰ। ਗੁਰਬਾਣੀ ਦੇ ਵਿੱਚ ਵਾਕ ਆਉਂਦਾ ਹੈ। ਇੱਥੇ ਸਿਰਫ ਵਾਵੇ ਦਾ ਭਾਵ ਵਾਸਦੇਵ ਤੋਂ ਇਹ ਹੈ ਕਿ ਪਰਮੇਸ਼ਰ, ਵਾਸਦੇਵ ਪਰਮੇਸ਼ਰ ਹੈ। ਵਵੈ ਵਾਸ ਦਿਓ ਪਰਮੇਸ਼ਰ। ਇਸ ਤੋਂ ਇਲਾਵਾ ਗੁਰਬਾਣੀ ਦੇ ਵਿੱਚ ਇੱਕ ਹੋਰ ਜਗ੍ਹਾ ਵੀ ਪਾਠ ਹੁੰਦਾ ਹੈ ਵਾਸਦੇਵ ਸਰਬੱਤਰ ਮੈਂ ਊਣ ਨਾ ਕਤਹੂ ਠਾਏ, ਕਿ ਜਿਹੜਾ ਪਰਮੇਸ਼ਰ ਹੈ ਉਹ ਹਰ ਇੱਕ ਜਗ੍ਹਾ ਦੇ ਉੱਤੇ ਮੌਜੂਦ ਹੈ, ਉਸ ਤੋਂ ਸਖਣੀ ਕੋਈ ਵੀ ਜਗ੍ਹਾ ਨਹੀਂ। ਇਸ ਕਰਕੇ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਵਾਸਦੇਵ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਰਤਾਰ ਦਾ ਵਾਚਕ ਵਰਤਿਆ, ਪਰਮੇਸ਼ਰ ਦਾ ਵਾਚਕ ਵਰਤਿਆ। ਇਸ ਤੋਂ ਅੱਗੇ ਆ ਜਾਂਦਾ ਹੈ ਹਰੀ। ਹਰੀ ਸ਼ਬਦ ਦੇ ਬਹੁਤ ਸਾਰੇ ਅਰਥ ਨੇ। ਜੇਕਰ ਤੁਸੀਂ ਕਾਹਨ ਸਿੰਘ ਨਾਭਾ ਦੀ ਲਿਖੀ ਹੋਈ ਪੁਸਤਕ ਮਹਾਨ ਕੋਸ਼ ਨੂੰ ਦੇਖੋਗੇ ਤੇ ਹਰੀ ਦੇ 42 ਅਰਥ ਕਰਦਾ ਹੈ ਹਰੀ ਸ਼ਬਦ ਦੇ, ਪਰ ਇੱਥੇ ਵੀ ਜਿਹੜਾ ਹਰੀ ਹੈ ਨਾ ਉਹ ਸਿਰਫ ਪਰਮੇਸ਼ਰ ਦਾ ਵਾਚਕ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਰਤਿਆ। ਬਿਨ ਹਰ ਨਾਮ ਨਾ ਬਾਚਨ ਪੈ ਹੈ, ਕਿ ਬਗੈਰ ਪਰਮੇਸ਼ਰ ਦੇ ਨਾਮ ਤੋਂ ਮਨੁੱਖ ਦਾ ਕਦੇ ਬਚਾ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਹਰ ਕੋ ਨਾਮ ਸਦਾ ਸੁਖਦਾਈ। ਹਰੀ ਦਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਹਰ ਇੱਕ ਵਾਸਤੇ ਹਮੇਸ਼ਾ ਤੌਰ ਦੇ ਉੱਤੇ, ਸਦੀਵੀ ਤੌਰ ਦੇ ਉੱਤੇ ਸੁੱਖਾਂ ਦਾ ਦਾਨ ਦੇਣ ਵਾਲਾ ਹੁੰਦਾ ਹੈ। ਇਸ ਤੋਂ ਇਲਾਵਾ ਹਰ ਬਿਨ ਕੌਣ ਸਹਾਈ ਮਨ ਕੋ, ਕਿ ਪਰਮੇਸ਼ਰ ਤੋਂ ਸਹਾਈ ਹੋਰ ਕੋਈ ਹੋ ਨਹੀਂ ਸਕਦਾ ਮਨੁੱਖ ਦਾ। ਕਿਤਨੇ ਹੀ ਪ੍ਰਮਾਣ ਦਿੱਤੇ ਜਾ ਸਕਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਹਰੀ ਦਾ ਭਾਵ ਵੀ ਇੱਥੇ ਪਰਮੇਸ਼ਰ ਹੈ, ਅਕਾਲ ਪੁਰਖ। ਇਸ ਤੋਂ ਅੱਗੇ ਹੈ ਗੋਬਿੰਦ। ਗੋ ਦਾ ਮਤਲਬ ਧਰਤੀ ਔਰ ਬਿੰਦ ਦਾ ਭਾਵ ਧਰਤੀ ਨੂੰ ਚਲਾਉਣ ਵਾਲਾ, ਸਾਜਣ ਵਾਲਾ ਜਾਂ ਧਰਤੀ ਦਾ ਵਿਹਾਰ ਚਲਾਉਣ ਵਾਲਾ। ਗੋਬਿੰਦ ਦਾ ਇੱਥੇ ਭਾਵ ਵੀ ਪਰਮੇਸ਼ਰ ਤੋਂ ਲਿਆ ਹੈ। ਮਨੋ ਨਾ ਬੀਸਰੈ ਗੁਣ ਨਿਤ ਗੋਬਿੰਦ ਰਾਏ। ਗੁਰਬਾਣੀ ਦਾ ਪਾਠ ਹੈ ਕਿ ਮਨ ਤੋਂ ਕਦੇ ਵੀ ਜਿਹੜਾ ਗੋਬਿੰਦ ਰਾਏ ਹੈ ਨਾ ਉਹਨੂੰ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਉਹ ਗੁਣਾਂ ਦਾ ਸਮੂਹ ਹੈ, ਗੁਣਾਂ ਦਾ ਖਜ਼ਾਨਾ ਹੈ। ਇਸ ਤੋਂ ਇਲਾਵਾ ਸੂਈ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਗੁਣ ਗਾਏ ਗੋਬਿੰਦ ਅਨੰਦ ਉਪਜੈ, ਕਿ ਗੋਬਿੰਦ ਦੇ ਪਰਮੇਸ਼ਰ ਦੇ ਗੁਣਾਂ ਨੂੰ ਗਾਣ ਕਰਕੇ ਮਨੁੱਖ ਦੇ ਹਿਰਦੇ ਦੇ ਵਿੱਚ ਖੇੜਾ ਪੈਦਾ ਹੁੰਦਾ ਹੈ, ਆਨੰਦ ਪੈਦਾ ਹੁੰਦਾ ਹੈ। ਇਸ ਤੋਂ ਅੱਗੇ ਆ ਜਾਂਦਾ ਚੌਥਾ ਅੱਖਰ ਰਾਰਾ। ਇਹਨਾਂ ਨੇ ਲਿਖਿਆ ਹੈ ਕਿ ਰਾਰਾ ਰਾਮ ਪ੍ਰਵੀਨ, ਜਿਹੜਾ ਚਤਰ ਸ੍ਰੇਸ਼ਟ ਰਾਮ ਹੈ ਉਸ ਤੋਂ ਰਾਰਾ ਲਿਆ ਹੈ। ਇਸ ਦੇ ਬਾਰੇ ਵੀ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਪ੍ਰਮਾਣ ਨੇ। ਬਸੰਤ ਰਾਗ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਸਾਧੋ ਇਹ ਤਨ ਮਿਥਿਆ ਜਾਨੋ, ਜਾਂ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ। ਸਤਿਗੁਰੂ ਤੇਗ ਬਹਾਦਰ ਜੀ ਲਿਖਦੇ ਨੇ ਇਹ ਸਾਧੂ ਪੁਰਸ਼ੋ, ਇਹ ਜਿਹੜਾ ਤਨ ਹੈ, ਇਹ ਜਿਹੜਾ ਸਰੀਰ ਹੈ, ਇਹ ਮਿਥਿਆ ਹੋਇਆ, ਇਹ ਨਾਸਵਾਨ ਹੈ। ਇਸ ਤਨ ਦੇ ਅੰਦਰ, ਇਸ ਸਰੀਰ ਦੇ ਅੰਦਰ ਜਿਹੜਾ ਰਾਮ ਭਾਵ ਕੇ ਪਰਮੇਸ਼ਰ ਵਸਦਾ ਹੈ ਉਸ ਦੀ ਤੁਸੀਂ ਪਛਾਣ ਕਰੋ। ਜਿਹੜਾ
ਰਾਮ ਹੈ, ਇਸ ਦਾ ਵੀ ਅਰਥ ਹੋ ਗਿਆ ਪਰਮੇਸ਼ਰ, ਅਕਾਲ ਪੁਰਖ, ਪ੍ਰਭੂ ਭਗਵਾਨ। ਇਸ ਤੋਂ ਇਲਾਵਾ ਗੌਂਡ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ, ਉਹ ਲਿਖਦੇ ਨੇ, ਰਮਤ ਰਾਮ ਸਭ ਰਹਿਓ ਸਮਾਏ। ਰਮਿਆ ਹੋਇਆ ਜਿਹੜਾ ਰਾਮ ਹੈ ਉਹ ਹਰ ਇੱਕ ਜਗ੍ਹਾ ਦੇ ਉੱਤੇ। ਇਸ ਤੋਂ ਇਲਾਵਾ ਵੀ ਗੁਰਬਾਣੀ ਦੇ ਵਿੱਚ ਇੱਕ ਨਹੀਂ ਦੋ ਨਹੀਂ ਕਈ ਪ੍ਰਮਾਣ ਆਉਂਦੇ ਨੇ ਰਾਮ ਦੀ ਬਾਬਤ। ਸੋ ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਵਾਸਦੇਵ ਵੀ ਪਰਮੇਸ਼ਰ ਦਾ ਵਾਚਕ ਹੈ, ਇਸ ਤੋਂ ਇਲਾਵਾ ਗੋਬਿੰਦ ਵੀ ਪਰਮੇਸ਼ਰ ਦਾ ਵਾਚਕ ਹੈ, ਹਰੀ ਵੀ ਪਰਮੇਸ਼ਰ ਦਾ ਵਾਚਕ ਹੈ, ਜਿਹੜਾ ਰਾਮ ਹੈ ਉਹ ਵੀ ਪਰਮੇਸ਼ਰ ਦਾ ਵਾਚਕ ਹੈ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਿੰਹੇ ਤੇ ਗੱਜਣ ਨੂੰ ਕਹਿ ਰਹੇ ਨੇ ਕਿ ਵਾਹਿਗੁਰੂ ਨਾਮ ਦਾ ਇਹ ਅਰਥ ਹੁੰਦਾ ਹੈ, ਏਕ ਨਾਮ ਤੇ ਚਤਰ ਸੋ ਜਾਪੂ, ਜਾਂ ਤੇ ਹੈ ਇਹ ਅਦਕ ਪਰ ਤਾਪੂ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਏਕ ਨਾਮ, ਨਾਮ ਤੇ ਇੱਕੋ ਹੈ, ਪਰ ਕਹਿੰਦੇ ਨੇ ਚਾਰ ਤਰ੍ਹਾਂ ਦੇ ਜਾਪ ਹੋ ਜਾਂਦੇ ਨੇ। ਇਸ ਕਰਕੇ ਵਾਹਿਗੁਰੂ ਜਿਹੜਾ ਨਾਮ ਹੈ ਨਾ, ਇਸ ਦਾ ਸਾਰਿਆਂ ਤੋਂ ਵੱਡਾ ਉੱਚਾ ਪ੍ਰਤਾਪ ਹੈ। ਇਸ ਤੋਂ ਇਲਾਵਾ ਅਸੀਂ ਆਪਣੇ ਪੰਥ ਦੇ ਵਿੱਚ ਸਤਿਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਦੇ ਵਿੱਚੋਂ ਬਹੁਤ ਵਾਰੀ ਇਸ ਤਰ੍ਹਾਂ ਦਾ ਸੁਣਿਆ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ 36 ਯੁੱਗ ਇਹਨਾਂ ਚਾਰਾਂ ਅੱਖਰਾਂ ਦੀ ਆਰਾਧਨਾ ਕੀਤੀ, ਭਾਵ ਕਿ 9 ਯੁੱਗ ਪਹਿਲਾਂ ਇਹਨਾਂ ਨੇ ਵੱਖਰੇ ਵੱਖਰੇ ਜਿਹੜੇ ਅੱਖਰ ਨੇ ਉਹਨਾਂ ਦੀ ਆਰਾਧਨਾ ਕੀਤੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਵਾਹਵੇ ਅੱਖਰ ਦੀ 9 ਯੁੱਗ ਤਪੱਸਿਆ ਕੀਤੀ। ਇਸੇ ਤਰ੍ਹਾਂ ਕਰਮ ਅਨੁਸਾਰ ਚਾਰਾਂ ਨੂੰ 9 ਯੁੱਗ ਆਰਾਧਿਆ, ਇਹਨਾਂ ਤੇ ਮਿਹਨਤ ਕੀਤੀ ਤੇ ਫਿਰ ਚਾਰਾਂ ਨੂੰ ਇਕੱਠਾ ਕਰਕੇ ਫਿਰ 4 ਯੁੱਗ ਆਰਾਧਿਆ, ਇਹਨਾਂ ਨੂੰ ਜਪਿਆ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਇੰਨੀ ਮਿਹਨਤ ਕੀਤੀ ਇਸ ਵਾਹਿਗੁਰੂ ਦੇ ਨਾਮ ਤੇ ਐਡੀ ਵੱਡਮੁੱਲੀ ਚੀਜ਼ ਸਾਨੂੰ ਸਤਿਗੁਰਾਂ ਨੇ ਬਖਸ਼ੀ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਅਸੀਂ ਇਹਦੀ ਕਦਰ ਨਹੀਂ ਕਰਦੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਮਾਣ ਵੀ ਦਿੰਦੇ ਨੇ ਕਿ ਜਿਵੇਂ ਕੋਈ ਵੈਦ ਸਿਆਣਾ ਹੁੰਦਾ ਹੈ, ਉਹ ਕਹਿੰਦਾ ਮੇਰੀ ਅਬਰਕ ਨੇ ਇੰਨੀਆਂ ਪੁੱਠਾਂ ਲਈਆਂ ਹੋਈਆਂ ਨੇ, ਜਾਂ ਮੇਰੀ ਜਿਹੜੀ ਪਰਿਵਾਰ ਪਿਸ਼ਟੀ ਹੈ ਮੈਨੂੰ ਇੰਨਾ ਤਾਇਆ ਹੋਇਆ, ਜਾਂ ਮੈਂ ਲੋਹੇ ਨੂੰ ਇੰਨੀਆਂ ਪੁੱਠਾਂ ਦਿੱਤੀਆਂ ਨੇ, ਜੇ ਮੇਰੀ ਇੱਕ ਪੁੜੀ ਦੇ ਦਿੱਤੀ ਜਾਵੇ ਤੇ ਬੁਖਾਰ ਨਹੀਂ ਛੱਡਦੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਨਾਮ ਨੂੰ ਜੁਗਾਂ ਦੀ ਪੁੱਠ ਦਿੱਤੀ ਹੋਈ ਹੈ, ਦੱਸੋ ਫਿਰ ਉਹਦੇ ਜਪਣ ਦੇ ਨਾਲ, ਉਹਨੂੰ ਵਰਤਣ ਦੇ ਨਾਲ ਕਿਹੜਾ ਰੋਗ ਰਹਿ ਸਕਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਵੇਲੇ ਸਿੰਹੇ ਤੇ ਗੱਜਣ ਨੂੰ ਉਪਦੇਸ਼ ਕਰ ਰਹੇ ਨੇ ਕਿ ਵਾਹਿਗੁਰੂ ਦਾ ਨਾਮ ਸਾਰਿਆਂ ਤੋਂ ਸਿਰਮੌਰ। ਦੂਸਰੇ ਅਰਥ ਔਰ ਸੁਣ ਲੀਜੈ, ਜਾਪ ਕਰੇ ਸਭ ਸੰਕਟ ਛਿਜੈ। ਇਸ ਤੋਂ ਬਾਅਦ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵਾਹਿਗੁਰੂ ਜਿਹੜਾ ਸ਼ਬਦ ਹੈ ਨਾ, ਜਿਹੜਾ ਨਾਮ ਹੈ, ਇਸ ਦਾ ਇੱਕ ਹੋਰ ਦੂਸਰਾ ਵੀ ਅਰਥ ਹੈ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਦੂਸਰਾ ਅਰਥ ਹੈ ਨਾ, ਜਿਹਨੂੰ ਜਪਣ ਦੇ ਨਾਲ ਵੀ ਸਾਰਿਆਂ ਸੰਕਟਾਂ ਦਾ ਨਾਸ ਹੁੰਦਾ ਹੈ, ਉਹ ਵੀ ਅਰਥ ਮੈਂ ਤੁਹਾਨੂੰ ਕਹਿ ਦਿੰਦਾ। ਵਾਹਿ ਨਾਮ ਅਸਚਰਜ ਪਹਿਚਾਨੋ, ਜਿਹ ਕੀ ਸਤਿਆ ਜਗ ਪ੍ਰਗਟਾਨੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਹਿਲੇ ਜਿਹੜੇ 2 ਅੱਖਰ ਨੇ ਵਾਹਿ, ਗੁਰੂ ਜੀ ਕਹਿੰਦੇ ਨੇ ਵਾਹਿ ਦਾ ਭਾਵ ਹੁੰਦਾ ਹੈ ਅਸਚਰਜ, ਅਲੌਕਿਕ, ਵਿਲੱਖਣ। ਜਿਹ ਕੀ ਸਤਿਆ ਜਗ ਪ੍ਰਗਟਾਨੋ, ਕਿ ਜੋ ਅਸਚਰਜ ਹੈ, ਜੋ ਵਿਲੱਖਣ ਹੈ, ਉਹਦੀ ਸਤਿਆ ਦੇ ਨਾਲ, ਉਹਦੇ ਪ੍ਰਤਾਪ ਦੇ ਨਾਲ ਜਗਤ ਜਿਹੜਾ ਹੈ ਨਾ ਉਹ ਪ੍ਰਗਟ ਹੋਇਆ ਹੋਇਆ। ਇਹ ਹੈ ਵਾਹਿ ਦਾ ਅਰਥ। ਜਿਹ ਸਤਿਆ ਕਰ ਲਖੀਅਤ ਭਾਵ ਹੈ, ਸੋ ਨਹੀਂ ਲਖੇ ਜਾਏ ਅਨ ਭਵ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਵਾਹਿ ਦਾ ਭਾਵ ਹੁੰਦਾ ਹੈ ਅਸਚਰਜ, ਵਿਲੱਖਣ। ਕਹਿੰਦੇ ਨੇ ਵਾਹਿ ਦੀ ਸਤਿਆ ਦੇ ਨਾਲ ਇਹ ਜਿਹੜਾ ਸੰਸਾਰ ਹੈ ਨਾ, ਇਹ ਸਿਰਜਿਆ ਹੋਇਆ, ਜਗਤ ਨੂੰ ਇਸ ਤਰ੍ਹਾਂ ਜਾਣਿਆ ਜਾਂਦਾ ਹੈ, ਸੋ ਨਹੀਂ ਲਖੀ ਜਾਏ ਅਨਭਵ ਹੈ। ਗੁਰੂ ਜੀ ਕਹਿੰਦੇ ਨੇ ਕਿ ਵਾਹਿ ਦੀ ਜਿਹੜੀ ਵਿਲੱਖਣਤਾ ਹੈ ਨਾ, ਉਹ ਜਾਣੀ ਨਹੀਂ ਜਾ ਸਕਦੀ, ਸਿਰਫ ਅਨੁਭਵ ਕੀਤਾ ਜਾ ਸਕਦਾ। ਜਾਂ ਤੇ ਸੋ ਅਸਚਰਜ ਪਇਓ, ਗੁਰੂ ਅਰਥ ਸੁਣ ਕਾਨ। ਅੰਧਕਾਰ ਗੋ ਨਾਮ ਹੈ, ਰੂਪ ਪ੍ਰਕਾਸ਼ ਪਹਿਚਾਨ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਉਹ ਜਿਹੜਾ ਪਰਮੇਸ਼ਰ ਹੈ ਨਾ, ਉਹ ਵਾਹ ਹੈ, ਭਾਵ ਕਿ ਉਹ ਅਸਚਰਜ ਹੈ, ਉਹ ਵਿਲੱਖਣ ਹੈ,
ਗੁਰੂ ਜੀ ਕਹਿੰਦੇ ਨੇ ਕਿ ਇਹ ਹੋ ਗਿਆ ਵਾਹਿ ਦਾ ਅਰਥ। ਦੋ ਜਿਹੜੇ ਅੱਖਰ ਨੇ ਨਾ, ਗੱਗਾ ਤੇ ਰਾਰਾ, ਜਿਹੜਾ ਗੁਰੂ ਹੈ ਉਸ ਦਾ ਮੈਂ ਤੁਹਾਨੂੰ ਅੱਗੇ ਅਰਥ ਦੱਸਦਾ ਹਾਂ। ਅੰਧਕਾਰ ਗੋ ਨਾਮ ਹੈ, ਰੂਪ ਪ੍ਰਕਾਸ਼ ਪਹਿਚਾਨ। ਜਿਹੜਾ ਅੰਧਕਾਰ ਹੈ ਨਾ, ਉਸ ਨੂੰ ਆਖਿਆ ਜਾਂਦਾ ਹੈ ਗੋ। ਔਰ ਇਸ ਤੋਂ ਇਲਾਵਾ ਜਿਹੜਾ ਰਾਰੇ ਨੂੰ ਦੁਲੈਂਕੜ ਰੂਹ ਹੈ, ਉਹ ਹੈ ਪ੍ਰਕਾਸ਼ ਦਾ ਨਾਮ। ਭਾਵ ਕਿ ਅੰਧਕਾਰ ਨੂੰ ਮਿਟਾਉਣ ਵਾਲਾ ਤੇ ਅੰਧਕਾਰ ਦੇ ਵਿੱਚ ਪ੍ਰਕਾਸ਼ ਕਰਨ ਵਾਲਾ, ਇਹ ਹੁੰਦਾ ਹੈ ਗੁਰੂ ਦਾ ਅਰਥ। ਵਾਹਿ ਦਾ ਭਾਵ ਅਚਰਜ, ਔਰ ਗੁਰੂ ਦਾ ਭਾਵ ਹਨੇਰੇ ਨੂੰ ਮਿਟਾ ਕੇ ਪ੍ਰਕਾਸ਼ ਕਰਨ ਵਾਲਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਵੀ ਵਾਹਿਗੁਰੂ ਦੇ ਨਾਮ ਦਾ ਅਰਥ ਲੱਗਦਾ ਹੈ। ਅੰਧਕਾਰਵਤ ਦੇਹ ਅਨਿਤਾ, ਤੇਹ ਪ੍ਰਕਾਸ਼ ਦੀਨੋ ਸੋਚਿਤਾ। ਗੁਰੂ ਜੀ ਕਹਿੰਦੇ ਨੇ ਕਿ ਅੰਧਕਾਰ ਵਰਗੀ ਮਨੁੱਖ ਦੀ ਦੇਹ ਹੈ ਜਿਹੜੀ ਨਾਸਵਾਨ ਹੈ, ਔਰ ਕਹਿੰਦੇ ਨੇ ਕਿ ਇਸ ਦੇਹੀ ਨੂੰ, ਇਸ ਮਨੁੱਖ ਨੂੰ ਪ੍ਰਕਾਸ਼ ਦੇਣ ਵਾਲਾ ਉਹ ਵਾਹਿਗੁਰੂ ਦਾ ਨਾਮ। ਤਾਂ ਕੋ ਵਾਹਿਗੁਰੂ ਇਹ ਨਾਮੰ, ਜਪ ਹੈ ਚਤਰ ਪਦਾਰਥ ਤਾਮੋ। ਇਸ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਸਾਰਿਆਂ ਤੋਂ ਸ਼੍ਰੋਮਣੀ ਹੈ। ਜੇਕਰ ਵਾਹਿਗੁਰੂ ਦੇ ਨਾਮ ਨੂੰ ਜਪੋਗੇ ਤੇ ਚਾਰੇ ਪਦਾਰਥਾਂ ਦਾ ਤੁਹਾਨੂੰ ਦਾਨ ਮਿਲੇਗਾ, ਧਰਮ, ਅਰਥ, ਕਾਮ ਤੇ ਮੋਕਸ਼। ਬੂਝੈ ਪੁਣ ਜੇ ਵਾਹਿਗੁਰੂ ਗਾਵੇਂ, ਕਿਸ ਬਿਦ ਚਾਰ ਪਦਾਰਥ ਪਾਵੇਂ। ਹੁਣ ਸਿੰਘਾਂ ਤੇ ਗੱਜਣ ਨੇ ਵਾਹਿਗੁਰੂ ਜਿਹੜਾ ਸ਼ਬਦ ਹੈ ਉਸ ਦੇ ਅਰਥ ਨੂੰ ਸੁਣਿਆ, ਤੇ ਫਿਰ ਦੋਵਾਂ ਨੇ ਇੱਕ ਹੋਰ ਸਵਾਲ ਕੀਤਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਕਹਿੰਦੇ ਨੇ ਕਿ ਜੇਕਰ ਵਾਹਿਗੁਰੂ ਦਾ ਨਾਮ ਜਪਾਂਗੇ ਤੇ ਕਹਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ। ਗੁਰ ਭਨਿਓ ਸਤ ਸੰਗਤ ਜਾਤੇ, ਡਗ ਡਗ ਅਸ ਮਖ ਹੋਇ ਫਲ ਤਾਤੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਨੇ ਕਿ ਜਦੋਂ ਮਨੁੱਖ ਸਤ ਸੰਗਤ ਦੇ ਵਿੱਚ ਜਾਂਦਾ ਹੈ, ਭਾਵ ਉਸ ਪਾਸੇ ਨੂੰ ਤੁਰਦਾ ਹੈ, ਤੇ ਕਹਿੰਦੇ ਨੇ ਜਿੰਨੇ ਕਦਮ ਉਹ ਸਤ ਸੰਗਤ ਦੇ ਵਿੱਚ ਜਾਣ ਦੇ ਵਾਸਤੇ ਪੁੱਟਦਾ ਹੈ, ਧਰਦਾ ਹੈ, ਓਨੇ ਅਸ਼ਵਮੇਧ ਦੇ ਜੱਗਾਂ ਦਾ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ। ਇਹ ਹੈ ਧਰਮ ਦੀ ਪ੍ਰਾਪਤੀ, ਕਿਉਂਕਿ ਚਾਰ ਪਦਾਰਥ ਨੇ ਨਾ, ਧਰਮ, ਅਰਥ, ਕਾਮ ਤੇ ਮੋਕਸ਼। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਧਰਮ ਜਿਹੜਾ ਪਦਾਰਥ ਹੈ ਇਸ ਤਰ੍ਹਾਂ ਮਿਲਦਾ ਹੈ ਕਿ ਜਦੋਂ ਮਨੁੱਖ ਚੱਲਦਾ ਹੈ ਸਤ ਸੰਗਤ ਦੇ ਵਿੱਚ ਜਾਣ ਦੇ ਵਾਸਤੇ, ਜਿੰਨੇ ਕਦਮ ਉਹ ਚੱਲ ਕੇ ਆਉਂਦਾ ਹੈ, ਓਨੇ ਅਸ਼ਵਮੇਧ ਦੇ ਜੱਗ ਕੀਤਿਆਂ ਹੋਇਆਂ ਦਾ ਉਹਨੂੰ ਫਲ ਲੱਗਦਾ ਹੈ। ਇਸ ਦੇ ਬਾਰੇ ਬਹੁਤ ਕੁਝ ਇਤਿਹਾਸਾਂ ਦੇ ਵਿੱਚ ਲਿਖਿਆ ਹੋਇਆ ਹੈ। ਅਸ਼ਵਮੇਧ ਜਿਹੜਾ ਜੱਗ ਹੈ ਨਾ, ਸਾਰਿਆਂ ਤੋਂ ਵੱਡਾ ਤੇ ਕੀਮਤੀ ਜੱਗ ਮੰਨਿਆ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨੇ ਕਦਮ ਚੱਲ ਕੇ ਆਉਂਦਾ ਹੈ ਨਾ, ਓਨੇ ਅਸ਼ਵਮੇਧ ਜੱਗਾਂ ਦਾ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ। ਇਹ ਹੈ ਧਰਮ ਦੀ ਪ੍ਰਾਪਤੀ। ਜਿਹੜੇ ਚਾਰ ਪਦਾਰਥ ਨੇ ਉਹਨਾਂ ਦੇ ਵਿੱਚੋਂ ਧਰਮ ਪਹਿਲਾ ਹੈ। ਗੁਰੂ ਜੀ ਕਹਿੰਦੇ ਨੇ ਧਰਮ ਜਿਹੜਾ ਪਦਾਰਥ ਹੈ ਨਾ, ਉਹਦੀ ਇਸ ਤਰ੍ਹਾਂ ਪ੍ਰਾਪਤੀ ਹੁੰਦੀ ਹੈ। ਜਿਹੇ ਤਨ ਕਾਰਨ ਜਤਨ ਜੋ, ਕਰ ਹੈ ਲੋਕ ਅਪਾਰ। ਸੋ ਤਨ ਹਰ ਕੇ ਭਗਤ ਕੋ, ਮਾਨਵ ਦੇਹ ਹਜ਼ਾਰ। ਦੂਸਰਾ ਪਦਾਰਥ ਹੈ ਅਰਥ। ਅਰਥ ਤੋਂ ਭਾਵ ਹੁੰਦਾ ਹੈ ਪੈਸਾ, ਮਾਇਆ, ਪਦਾਰਥ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਧਨ ਨੂੰ ਕਮਾਉਣ ਦੇ ਵਾਸਤੇ ਮਨੁੱਖ ਦੁਨੀਆ ਦੇ ਬਹੁਤ ਤਰ੍ਹਾਂ ਦੇ ਯਤਨ ਕਰਦੇ ਨੇ, ਉਹੀ ਜਿਹੜਾ ਧਨ ਹੈ ਨਾ, ਉਹ ਜਿਹੜਾ ਭਗਤ ਪਿਆਰਾ ਹੁੰਦਾ ਹੈ ਪਰਮੇਸ਼ਰ ਦਾ, ਲੋਕੀ ਉਹੀ ਧਨ ਉਸ ਦੇ ਚਰਨਾਂ ਦੇ ਵਿੱਚ ਆਣ ਕੇ ਹਜ਼ਾਰਾਂ ਤਰ੍ਹਾਂ ਦਾ ਅਰਪਣ ਕਰਦੇ। ਬੰਧਨ ਕਰਹਿ ਦੇਹ ਤਨ ਆਈ, ਜਨ ਤੇ ਜਾਚੈ ਆਪਣ ਭਲਾਈ। ਜਿਹੜੇ ਸਾਧੂ ਸੰਤ ਮਹਾਂਪੁਰਖ ਨਾਮ ਦੇ ਰਸੀਏ ਬਣ ਜਾਂਦੇ ਨੇ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਵਾਸਤੇ ਜਿਹੜਾ ਅਰਥ ਹੈ ਨਾ, ਧਨ ਹੈ, ਉਹ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਲੋਕੀ ਉਹਨਾਂ ਦੇ ਚਰਨਾਂ ਦੇ ਵਿੱਚ ਆਣ ਕੇ ਧਨ ਦੀ ਭੇਟਾ ਰੱਖਦੇ ਨੇ ਔਰ ਆਪਣੀ ਸੁੱਖ ਮੰਗਦੇ ਨੇ। ਚਰਨਾਂ ਦੇ ਵਿੱਚ ਅਰਪਣ ਕਰਕੇ ਕਹਿੰਦੇ ਨੇ ਕਿ ਹੇ ਸਾਧੂ ਜਨੋ, ਹੇ ਫਕੀਰੋ, ਕਿਰਪਾ ਕਰੋ ਸਾਡਾ ਜਿਹੜਾ ਘਰ ਹੈ ਨਾ, ਉਹ ਸੁੱਖ ਸ਼ਾਂਤੀ ਦੇ ਨਾਲ ਚੱਲਦਾ ਰਹੇ। ਇਹ ਆਮ ਤੁਸੀਂ ਦੇਖਦੇ ਹੋ ਕਿ ਸਾਧੂ ਸੰਤਾਂ ਮਹਾਨਾਂ ਦੇ ਕੋਲ ਜਿਹੜੇ ਲੋਕ ਨੇ ਉਹ ਆਉਂਦੇ ਨੇ, ਪਦਾਰਥਾਂ ਨੂੰ ਮੱਥਾ ਟੇਕਦੇ ਨੇ ਜਾਂ ਧਨ ਰੱਖਦੇ ਨੇ, ਅਰਜ਼ਾਂ ਕਰਦੇ ਨੇ ਕਿ ਸਾਡੇ ਤੇ ਕਿਰਪਾ ਹੋਵੇ। ਗੁਰੂ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਜਿਹੜਾ ਦੂਸਰਾ ਪਦਾਰਥ ਹੈ ਅਰਥ, ਮਾਇਆ, ਉਹ ਵੀ ਮਿਲ ਜਾਂਦੀ ਹੈ। ਹਿਰਦੈ ਕਾਮਨਾ ਭਗਤਨ ਜੋਈ, ਸ੍ਰੀ ਕਰਤਾਰਪੁਰ ਹੈ ਸੋਈ। ਇਸ ਤੋਂ ਅੱਗੇ ਕਹਿੰਦੇ ਨੇ ਕਿ ਹਿਰਦੇ ਦੀ ਜਿਹੜੀ ਕਾਮਨਾ ਹੈ, ਉਹ ਕਹਿੰਦੇ ਨੇ ਕਿ
ਕਰਤਾਰ ਜੋ ਹੈ, ਜੋ ਪਰਮੇਸ਼ਰ ਹੈ, ਆਪਣੇ ਆਪ ਹੀ ਪੂਰ ਦਿੰਦਾ ਹੈ। ਪਰਮੇਸ਼ਰ ਦੇ ਦਾਸ ਇਸ ਤਰੀਕੇ ਦੇ ਨਾਲ ਕਰਦੇ ਨੇ। ਇਸ ਤਰ੍ਹਾਂ ਧਰਮ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ, ਅਰਥ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਔਰ ਕਹਿੰਦੇ ਨੇ ਕਿ ਕਾਮ ਤੋਂ ਭਾਵ ਹੈ ਕਾਮਨਾਵਾਂ, ਇੱਛਾਵਾਂ, ਲਾਲਸਾਵਾਂ, ਉਹ ਵੀ ਪੂਰੀਆਂ ਹੋ ਜਾਂਦੀਆਂ ਨੇ। ਅਰਥ ਵਾਹਿਗੁਰੂ ਸਮਝਣ ਕਰਕੇ ਹੋਏ ਹੈ ਗਿਆਨ ਜਾਏ ਤਮ ਟਰ ਕੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਮਨੁੱਖ ਵਾਹਿਗੁਰੂ ਦਾ ਅਰਥ ਜਾਣ ਲੈਂਦਾ ਹੈ, ਉਸ ਨੂੰ ਸਮਝ ਲੈਂਦਾ ਹੈ, ਉਸ ਵੇਲੇ ਫਿਰ ਉਹਨੂੰ ਗਿਆਨ ਹੋ ਜਾਂਦਾ ਹੈ। ਤੇ ਗਿਆਨ ਮਨੁੱਖ ਦੀ ਸਾਰਿਆਂ ਤੋਂ ਉੱਚੀ ਅਵਸਥਾ ਦਾ ਨਾਂ ਹੈ। ਗੁਰੂ ਜੀ ਕਹਿੰਦੇ ਨੇ ਜਦੋਂ ਗਿਆਨ ਹੋ ਜਾਂਦਾ ਹੈ ਫਿਰ ਤਮ ਟਰ ਜਾਂਦਾ ਹੈ, ਭਾਵ ਕਿ ਹਨੇਰਾ ਜਿਹੜਾ ਹੈ ਨਾ ਅਗਿਆਨ ਦਾ, ਉਹ ਨਾਸ ਹੋ ਜਾਂਦਾ ਹੈ। ਮਨੁੱਖ ਦੇ ਹਿਰਦੇ ਦੇ ਵਿੱਚ ਗਿਆਨ ਹੋ ਜਾਂਦਾ ਹੈ। ਜਦੋਂ ਗਿਆਨ ਹੋ ਗਿਆ ਤੇ ਸਮਝੋ ਸਾਧ ਸੰਗਤ ਜੀ ਰੌਲਾ ਹੀ ਮੁੱਕ ਗਿਆ। ਗੁਰੂ ਜੀ ਕਹਿੰਦੇ ਨੇ ਇਹ ਹੈ ਚੌਥੀ ਪ੍ਰਾਪਤੀ। ਜਦੋਂ ਮਨੁੱਖ ਨੂੰ ਗਿਆਨ ਹੋ ਗਿਆ ਤੇ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਦੇ ਵਾਸਤੇ ਕੁਝ ਚੀਜ਼ ਬਾਕੀ ਨਹੀਂ ਬਚਦੀ। ਚਤਰ ਪਦਾਰਥ ਨਾਮ ਅਧੀਨਾ ਸਿਮਰਨ ਕਰੋ ਹੋਏ ਦੁੱਖ ਛੀਨਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਚਾਰੇ ਦੇ ਚਾਰੇ ਪਦਾਰਥ ਨਾਮ ਦੇ ਅਧੀਨ ਨੇ, ਨਾਮ ਦੇ ਵਸ ਦੇ ਵਿੱਚ ਨੇ। ਜੇਕਰ ਨਾਮ ਦਾ ਜਾਪ ਕਰੋਗੇ ਤੇ ਗੁਰੂ ਜੀ ਕਹਿੰਦੇ ਨੇ ਚਾਰੇ ਪਦਾਰਥ ਮਿਲਣਗੇ, ਔਰ ਚਾਰੇ ਪਦਾਰਥਾਂ ਨੂੰ ਮਿਲਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਏਗਾ। ਸ੍ਰੀ ਗੁਰ ਕੋ ਉਪਦੇਸ਼ ਸੁਨ ਕਰਨ ਲੱਗੇ ਸੋ ਕਾਰ ਪਿਛਲੀ ਨਿਸ ਇਸ਼ਨਾਨ ਕਰ ਪੜ੍ਹੇ ਸ਼ਬਦ ਹਿਤ ਤਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸਿੰਹੇ ਤੇ ਗੱਜਣ ਨੇ ਧਾਰਨ ਕੀਤਾ ਔਰ ਨਾਮ ਦਾ ਜਾਪ ਕਰਨ ਲੱਗੇ ਨੇ। ਇਸ ਤੋਂ ਇਲਾਵਾ ਸਤਿਗੁਰਾਂ ਨੇ ਹੋਰ ਜਿਹੜੀ ਮਰਿਆਦਾ ਦੱਸੀ ਕਿ ਪਿਛਲੀ ਰਾਤ ਉੱਠਣਾ ਹੈ, ਉਹ ਵੀ ਉੱਠਣਾ ਸ਼ੁਰੂ ਕਰ ਦਿੱਤਾ, ਇਸ਼ਨਾਨ ਵੀ ਕਰਨਾ ਸ਼ੁਰੂ ਕਰ ਦਿੱਤਾ ਔਰ ਗੁਰਬਾਣੀ ਦਾ ਪਾਠ ਵੀ ਕਰਨ ਲੱਗੇ। ਦਿਨ ਸਗਰੋ ਨਿਜ ਕ੍ਰਿਤ ਕਮਾਵੇ ਅਭਿਆਗਤ ਸੋ ਵੰਡੈ ਖਾਵੇਂ। ਹੁਣ ਦੋਵਾਂ ਦੇ ਜਿਹੜੇ ਕਰਮ ਨੇ ਕਵੀ ਜੀ ਉਸ ਬਾਰੇ ਦੱਸਦੇ ਨੇ ਕਿ ਸਾਰਾ ਦਿਨ ਦੋਵੇਂ ਕਿਰਤ ਕਰਦੇ ਨੇ, ਧਰਮ ਦੀ ਕਿਰਤ ਕਰਦੇ ਨੇ। ਅਭਿਆਗਤ ਸੋ ਵੰਡੈ ਖਾਵੇਂ, ਔਰ ਜਿਹੜਾ ਕੋਈ ਅਤਿਥੀ ਆ ਜਾਂਦਾ ਹੈ ਉਸ ਨੂੰ ਵੰਡ ਕੇ ਫੇਰ ਆਪ ਭੋਜਨ ਛਕਦੇ ਨੇ। ਅੰਤਰ ਸਵਾਸ ਜੇ ਵਾਹ ਮਿਲਾਵੇਂ ਨਿਕਸਤ ਵਹਿਰ ਤਾ ਗੁਰੂ ਅਲਾਵੇਂ। ਹੁਣ ਨਾਮ ਕਿਸ ਤਰ੍ਹਾਂ ਜਪਦੇ ਨੇ ਉਸ ਦੇ ਬਾਰੇ ਕਵੀ ਜੀ ਕਹਿੰਦੇ ਨੇ ਕਿ ਜਦੋਂ ਅੰਦਰ ਨੂੰ ਸਵਾਸ ਖਿੱਚਦੇ ਨੇ ਉਸ ਵੇਲੇ ਵਾਹ ਕਹਿੰਦੇ ਨੇ, ਤੇ ਜਦੋਂ ਬਾਹਰ ਨੂੰ ਸਵਾਸ ਛੱਡਦੇ ਨੇ ਉਸ ਵੇਲੇ ਗੁਰੂ ਕਹਿੰਦੇ ਨੇ। ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਦਾ ਸਵਾਸਾਂ ਦੇ ਨਾਲ ਉਹ ਸਿਮਰਨ ਕਰਦੇ ਨੇ, ਜਪਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਈ ਇਸ ਤਰ੍ਹਾਂ ਦਾ ਵਿਧਾਨ ਨਹੀਂ ਹੈ ਕਿ ਜਦੋਂ ਸਵਾਸਾਂ ਨੂੰ ਖਿੱਚਣਾ ਹੈ ਉਦੋਂ ਵਾਹਿ ਕਹਿਣਾ ਤੇ ਜਦੋਂ ਛੱਡਣਾ ਹੈ ਉਸ ਵੇਲੇ ਗੁਰੂ ਕਹਿਣਾ। ਇਸ ਤਰ੍ਹਾਂ ਦਾ ਕੋਈ ਬੰਧਨ ਨਹੀਂ ਹੈ ਸਤਿਗੁਰੂ ਸਾਹਿਬਾਨਾਂ ਵੱਲੋਂ। ਜਿਸ ਤਰ੍ਹਾਂ ਉਹ ਉਦੋਂ ਕਰਦੇ ਸਨ ਉਸ ਰੀਤੀ ਨੂੰ ਦਰਸਾਇਆ ਗਿਆ ਕਿ ਵਾਹਿ ਜਦੋਂ ਕਹਿਣਾ ਹੈ ਉਦੋਂ ਸਵਾਸ ਉੱਪਰ ਨੂੰ ਖਿੱਚਣੇ ਨੇ, ਜਦੋਂ ਗੁਰੂ ਕਹਿਣਾ ਹੈ ਉਹ ਸਵਾਸਾਂ ਦੇ ਛੱਡਣ ਦੇ ਨਾਲ ਕਹਿਣਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਸ ਤਰ੍ਹਾਂ ਉਹ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਸਨ। ਇਸ ਬਿਧ ਆਪਣੋ ਸਮਾਂ ਬਿਤਾਵੇਂ ਸ਼ੁਭ ਤਿਥ ਪੰਚਾਮ੍ਰਿਤ ਕਰਵਾਵੇਂ। ਇਸ ਤਰੀਕੇ ਦੇ ਨਾਲ ਉਹ ਆਪਣੇ ਸਮੇਂ ਨੂੰ ਬਤੀਤ ਕਰਦੇ ਸਨ, ਗੁਜ਼ਾਰਦੇ ਸਨ। ਸ਼ੁਭ ਤਿਥੀ ਪੰਚਾਮ੍ਰਿਤ ਕਰਵਾਵੇਂ, ਜਦੋਂ ਕੋਈ ਮਹਾਨ ਵੱਡਾ ਪੁਰਬ ਹੁੰਦਾ ਸੀ, ਤਿਉਹਾਰ ਹੁੰਦਾ ਸੀ, ਉਸ ਵੇਲੇ ਬਹੁਤ ਸਾਰਾ ਕੜਾਹ ਪ੍ਰਸ਼ਾਦ ਕੀਤਾ ਜਾਂਦਾ ਸੀ ਔਰ ਵੰਡਿਆ ਜਾਂਦਾ ਸੀ। ਜਿਸ ਤਰ੍ਹਾਂ ਕਿ ਸੰਗਰਾਂਦ ਹੋ ਗਈ, ਮੱਸਿਆ ਹੋ ਗਈ, ਦੀਵਾਲੀ ਹੋ ਗਈ, ਵਿਸਾਖੀ ਹੋ ਗਈ, ਜਿਹੜੇ ਵੱਡੇ ਵੱਡੇ ਪੁਰਬ ਨੇ ਉਹਨਾਂ ਦੇ ਉੱਤੇ ਕੜਾਹ ਪ੍ਰਸ਼ਾਦ ਬਹੁਤਾ ਕੀਤਾ ਜਾਂਦਾ ਸੀ ਔਰ ਵਰਤਾਇਆ ਜਾਂਦਾ ਸੀ। ਕੇਤਕ ਸਮਾਂ ਬਤੀਤਿਓ ਤਿੰਨ ਕੋ ਭਲੇ ਕਰਮ ਕੀ ਰੁਚ ਜਿਨ ਮਨ ਕੋ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਸਿੰਘਾਂ ਤੇ ਗੱਜਣ ਦੋਵੇਂ ਇਸੇ ਤਰ੍ਹਾਂ ਦੇ ਕਰਮ ਦੇ ਧਾਰਨੀ ਬਣੇ ਰਹੇ। ਕਾਫੀ ਸਮਾਂ ਇਸੇ ਤਰੀਕੇ ਦੇ ਨਾਲ ਲੰਘ ਗਿਆ। ਭਲੇ ਕਰਮ ਕੀ ਰੁਚੀ, ਭਲੇ ਕਰਮਾਂ ਦੀ ਰੁਚੀ ਦੇ ਵਿੱਚ ਲੱਗਿਆ ਰਿਹਾ ਜਿਨ੍ਹਾਂ ਦਾ ਮਨ। ਸਿੰਹ ਕੀ ਇੱਕ ਸੁਤਾ ਥੀ ਕਰਨ ਲੱਗਿਓ ਤਿਸ ਵਿਆਹ ਅਸਨ ਕਰਾਇਓ ਅਨਕ ਬਿਦ ਨਿਕਟ ਰਹੇ ਦਿਨ ਤਾਹੇ। ਗ੍ਰੰਥਾਕਾਰ ਜੀ ਕਹਿੰਦੇ ਨੇ ਕਿ ਸਿੰਹ ਦੀ ਪੁੱਤਰੀ ਸੀ,
ਉਹ ਆਪਣੀ ਧੀ ਦੇ ਵਿਆਹ ਨੂੰ ਕਰਨ ਲੱਗਾ ਔਰ ਵਿਆਹ ਦੇ ਵਿੱਚ ਜਿਹੜੀਆਂ ਚੀਜ਼ਾਂ ਖਾਣ ਦੇ ਵਾਸਤੇ ਲੋੜੀਂਦੀਆਂ ਸਨ ਉਹਨਾਂ ਨੂੰ ਉਸਨੇ ਤਿਆਰ ਕਰਵਾਇਆ। ਔਰ ਜਿਹੜੇ ਵਿਆਹ ਦੇ ਦਿਨ ਸੀ ਨਾ ਉਹ ਬਹੁਤ ਲਾਗੇ ਆ ਗਏ, ਕਿਉਂਕਿ ਅੱਜ ਕੱਲ੍ਹ ਦਾ ਵਿਆਹ ਕਿਸੇ ਹੋਰ ਕਿਸਮ ਦਾ, ਉਸ ਵੇਲੇ ਵਿਆਹ ਕਿਸੇ ਹੋਰ ਕਿਸਮ ਦਾ ਹੁੰਦਾ ਸੀ। ਕਈ ਦਿਨ ਪਹਿਲਾਂ ਹੀ ਪਦਾਰਥ ਬਣਾਉਣੇ ਸ਼ੁਰੂ ਕਰ ਦਿੰਦੇ ਸਨ ਔਰ ਕੋਠੇ ਭਰ ਦਿੰਦੇ ਸਨ ਖਾਣ ਪੀਣ ਦੀਆਂ ਚੀਜ਼ਾਂ ਦੇ। ਹੁਣ ਗ੍ਰੰਥਾਕਾਰ ਜੀ ਕਹਿੰਦੇ ਨੇ ਕਿ ਧੀ ਦਾ ਵਿਆਹ ਸੀ ਔਰ ਉਸਨੇ ਅਨੇਕਾਂ ਪ੍ਰਕਾਰ ਦੇ ਜਿਹੜੇ ਪਕਵਾਨ ਸੀ ਨਾ ਉਹਨਾਂ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਆਖਰਕਾਰ ਕਰਦਿਆਂ ਜਿਹੜੇ ਵਿਆਹ ਦੇ ਦਿਨ ਸੀ ਨਾ ਉਹ ਲਾਗੇ ਆ। ਮਦਰ ਸਨਗਦ ਕਰਾਏ ਹਾਰਾ ਰਾਖਿਓ ਬੌਰ ਅਗਾਰ ਮਜਾਰਾ। ਬਹੁਤ ਸਾਰੇ ਮਿੱਠੇ ਔਰ ਘਿਓ ਵਾਲੇ ਪਦਾਰਥ ਅਨੇਕਾਂ ਪ੍ਰਕਾਰ ਦੇ ਬਣਾਏ ਗਏ ਔਰ ਉਹਨਾਂ ਨੂੰ ਘਰ ਦੇ ਵਿੱਚ ਇੱਕ ਕਮਰੇ ਦੇ ਅੰਦਰ ਬੰਦ ਕਰ ਦਿੱਤਾ। ਸਿੱਖ ਗੁਰੂ ਕੇ ਦਰਸ਼ਨ ਜਾਏ ਘਰ ਸਿੰਘੇ ਕੇ ਉਤਰੇ ਆਏ। ਸਬਬ ਦੇ ਨਾਲ ਇਹ ਹੋਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਾਸਤੇ ਸੰਗਤ ਆ ਰਹੀ ਸੀ। ਰਾਹ ਦੇ ਵਿੱਚ ਸਿੰਘੇ ਦਾ ਘਰ ਸੀ। ਜਿਹੜੀ ਸੰਗਤ ਸੀ ਨਾ ਉਹਨਾਂ ਨੇ ਆਣ ਕੇ ਡੇਰਾ ਲਾ ਲਿਆ ਸਿੰਘੇ ਦੇ ਘਰ ਦੇ ਵਿੱਚ। ਹਿਤ ਬਰਾਤ ਕੇ ਜੋ ਪਕਵਾਨੇ ਸਿੰਘੇ ਦੀਨੇ ਸੋ ਤਿਨ ਖਾਨੇ। ਜਦੋਂ ਘਰ ਦੇ ਵਿੱਚ ਸਾਧ ਸੰਗਤ ਨੇ ਡੇਰਾ ਲਾ ਲਿਆ ਉਹਨਾਂ ਨੂੰ ਛਕਾਉਣ ਦੇ ਵਾਸਤੇ ਫਿਰ ਸਿੰਘੇ ਨੇ ਉਹ ਬਰਾਤੀਆਂ ਦੇ ਵਾਸਤੇ ਜਿਹੜੇ ਪਕਵਾਨ ਬਣਾਏ ਹੋਏ ਸਨ ਉਹ ਸਾਰੇ ਦੇ ਸਾਰੇ ਛਕਾ ਦਿੱਤੇ। ਸੰਗਤ ਬਹੁਤ ਸਦਨ ਮੈਂ ਜੋ ਸਭ ਪਕਵਾਨ ਖਾਏ ਗਏ ਸੋ। ਸੰਗਤ ਬਹੁਤੀ ਜ਼ਿਆਦਾ ਸੀ, ਕਹਿੰਦੇ ਨੇ ਕਿ ਸੰਗਤ ਬਹੁਤੀ ਸਾਰੀ ਨੇ ਫਿਰ ਰੱਜ ਕੇ ਛਕਿਆ ਤੇ ਜਿੰਨੇ ਵੀ ਉਸਨੇ ਪਦਾਰਥ ਬਣਾਏ ਹੋਏ ਸਨ ਉਹ ਸਾਰੇ ਦੇ ਸਾਰੇ ਖਤਮ ਹੋ ਗਏ। ਅਗਲੇ ਦਿਨ ਮੈਂ ਜਾਣਨੇ ਹੋ ਤੋ ਆਮਨੋ ਤਾਮ ਸੰਗਤ ਬੜ ਪੁਨ ਸਾਰਤੇ ਗਵਨੀ ਲੈ ਗੁਰ ਨਾਮ। ਜਿਸ ਦਿਨ ਬਰਾਤ ਨੇ ਟਿਕਾ ਕਰਨਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਹੀ ਸੰਗਤ ਆਈ। ਸਾਰੇ ਦੇ ਸਾਰੇ ਪਕਵਾਨ ਸਿੰਘੇ ਨੇ ਉਹਨਾਂ ਨੂੰ ਛਕਾ ਦਿੱਤੇ। ਅਗਲੇ ਹੀ ਦਿਨ ਬਰਾਤ ਨੇ ਆਉਣਾ ਸੀ। ਜਿਸ ਦਿਨ ਬਰਾਤ ਨੇ ਆਣ ਕੇ ਟੁਕਣਾ ਸੀ ਉਸ ਵੱਡੀ ਪੁਨਸਾਰ ਦੇ ਨਾਲ ਉਸ ਅੰਮ੍ਰਿਤ ਵੇਲੇ ਜਾਂ ਸਵੇਰ ਦੇ ਵੇਲੇ ਹੀ ਜਿਹੜੀ ਸੰਗਤ ਸੀ ਨਾ ਉਹ ਗੁਰੂ ਦਾ ਨਾਂ ਲੈਂਦੀ ਹੋਈ ਸਿੰਘੇ ਦੇ ਘਰ ਨੂੰ ਛੱਡ ਤੁਰੀ, ਭਾਵ ਕੇ ਸੰਗਤ ਚਲੀ ਗਈ। ਚਿੰਤ ਕਰੇ ਸਿੰਘੇ ਕੀ ਨਾਰ ਤਨ ਕਨਕੇਤ ਨ ਰਹਿਓ ਆਹਾਰ। ਉਸ ਵੇਲੇ ਜਿਹੜੀ ਸਿੰਘੇ ਦੀ ਘਰ ਵਾਲੀ ਸੀ ਉਹ ਬਹੁਤ ਹੀ ਜ਼ਿਆਦਾ ਚਿੰਤਾ ਕਰਨ ਲੱਗੀ ਕਿ ਤਨਕ ਮਾਤਰ ਵੀ ਥੋੜਾ ਜਿੰਨਾ ਵੀ ਘਰ ਦੇ ਵਿੱਚ ਆਹਾਰ ਨਹੀਂ ਰਿਹਾ। ਜਦੋਂ ਹੁਣ ਆਉਣਗੇ ਬਰਾਤੀ ਤੇ ਉਹਨਾਂ ਨੂੰ ਕੀ ਛਕਾਵਾਂਗੇ। ਆਵੇ ਅਬ ਬਰਾਤ ਕਿਆ ਖਾਹੀ ਤੂਰਨ ਤਿਆਰ ਹੋਤ ਕਸ ਨਾਹੀ। ਬੜੀ ਚਿੰਤਾ ਦੇ ਵਿੱਚ ਗਲਤਾਨ ਹੈ ਸਿੰਘੇ ਦੀ ਘਰ ਵਾਲੀ। ਕਹਿੰਦੇ ਹੈ ਕਿ ਹੁਣ ਆਉਣਗੇ ਬਰਾਤੀ ਤੇ ਉਹਨਾਂ ਦੇ ਅੱਗੇ ਖਾਣ ਦੇ ਵਾਸਤੇ ਕੀ ਤਰਾਂਗੇ, ਕਿਉਂਕਿ ਇੰਨੀ ਜਲਦੀ ਤੇ ਕੋਈ ਵੀ ਪਕਵਾਨ ਤਿਆਰ ਨਹੀਂ ਕੀਤਾ ਜਾ ਸਕਦਾ। ਅੱਜ ਹੀ ਤੇ ਬਰਾਤ ਨੇ ਢੁਕਣਾ ਹੈ। ਕਿਸ ਪ੍ਰਕਾਰ ਲਾਜ ਰਹਿ ਆਵੇ ਸਗਰੇ ਜਗਤ ਨਿੰਦ ਪ੍ਰਗਟਾਵੇ। ਬੜੀ ਗਲਤਾਨ ਹੈ ਚਿੰਤਾ ਦੇ ਵਿੱਚ। ਸੋਚਦੀ ਹੈ ਕਿ ਸਾਡੀ ਸ਼ਰੀਕੇ ਬਰਾਦਰੀ ਦੇ ਵਿੱਚ ਕਿਸ ਤਰ੍ਹਾਂ ਇੱਜ਼ਤ ਰਹਿ ਜਾਵੇਗੀ। ਸਗਰੇ ਜਗਤ ਨਿੰਦ ਪ੍ਰਗਟਾਵੇ, ਸਾਰੇ ਪਿੰਡ ਦੇ ਵਿੱਚ ਬੜੀ ਭੰਡੀ ਹੋਵੇਗੀ। ਲੋਕੀ ਸਾਨੂੰ ਕੀ ਆਖਣਗੇ, ਨਿੰਦਿਆ ਕਰਨਗੇ, ਮਖੌਲ ਕਰਨਗੇ। ਪੇਖ ਸਚਿੰਤ ਸ਼ੀਹੇ ਨੇ ਨਾਰੀ ਤਾਂ ਕੋ ਦੀਨ ਦਿਲਾਸੋ ਭਾਰੀ। ਜਦੋਂ ਸ਼ੀਹੇ ਨੇ ਦੇਖਿਆ ਕਿ ਮੇਰੀ ਜਿਹੜੀ ਘਰਵਾਲੀ ਹੈ ਇਹ ਬਹੁਤ ਜ਼ਿਆਦਾ ਚਿੰਤਤ ਹੈ, ਉਸ ਵੇਲੇ ਆਪਣੀ ਘਰਵਾਲੀ ਨੂੰ ਉਸਨੇ ਧੀਰਜ ਦੇਣ ਦਾ ਯਤਨ ਕੀਤਾ। ਸਤ ਗੁਰ ਆਸ ਤਰੋ ਮਨ ਮਾਹੀ ਅਪਰ ਵਿਚਾਰ ਕਰੋ ਕੋ ਨਹੀਂ। ਸ਼ੀਹੇ ਨੇ ਆਪਣੀ ਘਰਵਾਲੀ ਨੂੰ ਆਖਿਆ ਕਿ ਤੂੰ ਸਤਿਗੁਰੂ ਦੀ ਆਸਾ ਨੂੰ ਧਾਰਨ ਕਰ, ਮਨ ਦੇ ਵਿੱਚ ਆਸ਼ਾ ਨੂੰ ਧਾਰਨ ਕਰਕੇ ਰੱਖ। ਅਪਰ ਵਿਚਾਰ ਕਰੋ ਕੋ ਨਹੀਂ, ਹੋਰ ਕਿਸੇ ਵੀ ਪ੍ਰਕਾਰ ਦਾ ਕੋਈ ਵਿਚਾਰ ਨਾ ਧਾਰਨ ਕਰ, ਚਿੰਤਾ ਨਾ ਕਰ, ਸਤਿਗੁਰੂ ਦੇ ਭਰੋਸੇ ਰਹਿ। ਆਪਾਂ ਤੇ ਸਾਧ ਸੰਗਤ ਦੇ ਮੂੰਹ ਦੇ ਵਿੱਚ ਪਾਇਆ ਔਰ ਸਤਿਗੁਰਾਂ ਦਾ ਹੁਕਮ ਹੈ ਕਿ ਜਿਹੜਾ ਮਨੁੱਖ ਸਾਧ ਸੰਗਤ ਨੂੰ ਛਕਾਉਂਦਾ ਹੈ ਉਹ ਮੈਨੂੰ ਮਿਲਦਾ ਹੈ। ਤੇ ਕਹਿੰਦਾ ਹੈ ਕਿ ਤੂੰ ਚਿੰਤਾ ਕਿਉਂ ਕਰਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪੇ ਕਿਰਪਾ ਕਰਨਗੇ। ਆਪਾਂ ਤੇ ਸਾਧ ਸੰਗਤ ਦੇ ਮੂੰਹ ਦੇ ਵਿੱਚ ਪਾਇਆ
ਸਾਧ ਸੰਗਤ ਦੇ ਮੂੰਹ ਦੇ ਵਿੱਚ ਜਿਹੜਾ ਪਦਾਰਥ ਪੈਂਦਾ ਹੈ, ਮੰਨ ਲੈ ਕਿ ਉਹ ਗੁਰੂ ਨੂੰ ਮਿਲਦਾ। राखेंगे प्रभ पैज हमारी, दास जान है हितकारी। सिंहा कहंदा कि सतगुरु सच्चे पातशाह जी आपे ही साडी पैज नूं रखणगे, दास जान के साडे हितकारी बनगे, साडे वल दी गल वो करनगे। आस विचार करियो तेह काला, पहुंची आए बरात बसाला। इस तरह धीरज दिता सिंहे ने अपनी घरवाली नूं। ग्रंथाकार भाई संतोख सिंह जी लिखते हैं कि इन्ने चिर नूं बरात पहुंच गई है, विसाला बहुत वड्डी बरात पहुंच गई। घर टुकाओ पल डेरा कीनो, देख नार पी हरख बहिनो। जदों बहुती सारी बरात आण के टुकी, उसने जदों बरात ने डेरा लाया ते वड्डी सारी बरात नूं देख के उस वेले जिहड़ी शीहे दी घरवाली सी ना, कहंदे ने हरख बहिनो। हरख तो भाव हुंदा खुशी, बहीन तो भाव है खुशियां तो वांझी। बरात नूं देख के जिथे के घरवाली शीहे दी ने खुश होना सी, उत्थे कहंदे ने कि वो बहुत ज्यादा उदास हो गई। कहण लगी क्या देह खुआए, नर बरात में बहुते आए। वड्डी सारी बरात नूं देख के शीहे दी घरवाली कहंदी है अपने पति नूं, कहंदी है क्या देह खवाए, दसो जी हुण इन्हां नूं खाण दे वास्ते की दईए। नर बरात में बहुते आए, मनुख दे बहुत सारा बरात दे विच आए होए। शीहे उठ कीनी अरदास, सतगुर चरण ध्यान कर तास। उस वेले शीहे ने सतगुरु सच्चे पातशाह जी दे चरनां दे विच अरदास कीती, सतगुरां दे चरनां दा ध्यान धारण करके। राखी सिखण पैज अगारी, चरण कमल हम शरण तुम्हारी। शीहे ने अरदास दे विच ये वचन आखे ने कि हे सच्चे पातशाह, तुसीं अपने भगतां दी लाज नूं पैज नूं हमेशा रखदे आए हो, किरपा करके तुहाडे चरनां कमलां दे विच मैं अरदास करदा हां, मेरी अरदास प्रवान कीती जावे। ते फिर उसे तरह वरत्या जिस तरह के गुरबाणी दे विच पाठ आउंदा है, बिरथी कदे ना जावी जन की अरदास। जिहड़ी बिरथी अरदास है ना, वो फिर कदे नहीं जांदे जिहड़े सच्चे मन दे नाल करदे ने। सिंह ने अरदास कीती, फिर की होया, आस कह तिस कोठे को तारा, खोल बिलोक आहार अपारा। इस तरह अरदास करके जदों उस कोठे दा जिंदरा खोलिया जिथे पदार्थ बना के पहला रखे सन ते बाद दे विच खवा दिते सन, खोल बिलोक आहार अपारा। जिहड़े भांडे खाली हो चुके सन पदार्थां तो, की देखते ने कि सारे दे सारे भरपूर ने, भरे हुए। पांत बरात बिठाए के, भोजन पले खुआए। अत सुंदर बहु स्वाद जिह हर खत रहे आघाए। फिर उस वेले पांतां ला दित्तियां ने, वड्डियां वड्डियां पंगतां लवा के बरातियां नूं बिठा के चंगे जिहड़े पदार्थ बने हुए सन वो छकाए ने। बहुत सुंदर जिन्हां दा स्वाद है, जिन्हां नूं खा के बहुत सारे लोग अगाए ने, रज्जे ने, और उन्हां ने बहुत सारी सिफत कीती। पंच दिवस कर राखी सोई, टोट असन की होई न कोई। हुण ग्रंथाकार भाई संतोख सिंह जी कहंदे ने कि 5 दिनां तक बरात उन्हां दे घर दे विच ही रही, क्योंकि पुराने रीति रिवाज इसे तरह दे सन। बहुते बहुते दिन बरात डेरा लाई रखदी सी। कवि जी कहंदे ने कि 5 दिनां तक बराती उत्थे टिके रहे। टोट असन की होई ना कोई, पर अन्न दे विच खाण पाण दे विच कोई भी घाटा ना व्यापे। बहुविध के पकवान जिमाए, खाए जनेती और हर खाए। बहुत तरह तरह दे जिहड़े सोहणे पकवान सन वो सारिआं नूं उस वेले खुआए गए ने। कहंदे ने कि खा खा के सारे प्रसन्न हुंदे ने, जिहड़े जनेती ने बहुत ज्यादा खुश ने। बेदा करी दे दात बिसाला, अचरज पे नर तिया ते कला। इस तो बाद
ਦਾਜ ਦਹੇਜ ਦੇ ਕੇ ਬਰਾਤ ਨੂੰ ਵਿਦਾ ਕੀਤਾ ਗਿਆ, ਉਸ ਵੇਲੇ ਜਿਹੜੇ ਇਸਤਰੀਆਂ ਤੇ ਪੁਰਸ਼ ਨੇ ਉਹ ਬਹੁਤ ਹੀ ਜ਼ਿਆਦਾ ਖੁਸ਼ ਨੇ। ਸਭ ਮਿਲ ਕੇ ਤਬ ਇਸ ਬਿਦ ਪਾਖੀ, ਗੁਰੂ ਪੈਜ ਨਿਜ ਸਿੱਖਣ ਰਾਖੀ। ਭਾਵੇਂ ਕਿ ਬਰਾਤੀ ਨਹੀਂ ਸਨ ਜਾਣਦੇ ਕਿ ਕਿਸ ਤਰ੍ਹਾਂ ਦਾ ਕੌਤਕ ਵਾਪਰਿਆ, ਪਰ ਪਿੰਡ ਦੇ ਸਾਰੇ ਲੋਕ ਜਾਣਦੇ ਸਨ ਕਿ ਸਾਰੇ ਪਦਾਰਥ ਇਹਨਾਂ ਨੇ ਸੰਗਤ ਨੂੰ ਛਕਾ ਦਿੱਤੇ ਸਨ। ਇਸ ਕਰਕੇ ਜਦੋਂ ਬਰਾਤੀਆਂ ਦੇ ਵਾਸਤੇ ਅਕਾਲ ਪੁਰਖ ਦੇ ਵੱਲੋਂ ਭੇਜੀਆਂ ਹੋਈਆਂ ਦਾਤਾਂ ਆ ਗਈਆਂ, ਉਸ ਵੇਲੇ ਸਾਰੇ ਮਿਲ ਕੇ ਕਹਿੰਦੇ ਨੇ, ਗੁਰੂ ਪੈਜ ਨਿਜ ਸਿੱਖਣ ਰਾਖੀ, ਕਿ ਗੁਰੂ ਨੇ ਦੇਖੋ ਆਪਣੇ ਪਿਆਰੇ ਸਿੱਖ ਦੀ ਪੈਜ ਨੂੰ ਰੱਖਿਆ, ਇਹਦੀ ਇੱਜ਼ਤ ਨੂੰ ਵਧਾਇਆ। ਆਦਿਕ ਨਰਨ ਕੋ ਸ਼ਰਦਾ ਪਾਈ, ਭਾਉ ਭਗਤ ਜਗ ਮੈਂ ਪ੍ਰਗਟਾਈ। ਕਵੀ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਬਹੁਤੇ ਸਾਰੇ ਲੋਕਾਂ ਦੀ ਵੱਡੀ ਸ਼ਰਧਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਵੱਜੀ। ਭਾਉ ਭਗਤ ਜਗ ਮੇ ਪ੍ਰਗਟਾਈ, ਇਸ ਤਰੀਕੇ ਦੇ ਨਾਲ ਪ੍ਰੇਮਾ ਜਿਹੜੀ ਭਗਤੀ ਸੀ ਨਾ, ਉਹ ਜਗਤ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਗਟ ਹੋਈ। ਪੌਣੇ ਇੱਕ ਦਿਨ ਬੈਠੇ ਗੁਣ ਖਾਨੀ, ਕਰੁਣਾ ਲੋਚਨ ਬਿਖੈ ਮਹਾਨੀ। ਹੁਣ ਇਸ ਵੇਲੇ ਗ੍ਰੰਥਾਕਾਰ ਜੀ ਛੋਟੀਆਂ ਛੋਟੀਆਂ ਜਿਹੜੀਆਂ ਸਾਖੀਆਂ ਨੇ, ਜਿਹੜੀਆਂ ਕਿ ਸਤਿਗੁਰਾਂ ਦੇ ਹਜ਼ੂਰ ਵਾਪਰੀਆਂ ਨੇ ਕਰਤਾਰਪੁਰ ਦੇ ਵਿੱਚ, ਉਹਨਾਂ ਦਾ ਜ਼ਿਕਰ ਕਰਦੇ ਨੇ। ਇਸ ਸਾਖੀ ਦੀ ਸਮਾਪਤੀ ਤੋਂ ਬਾਅਦ ਹੁਣ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ। ਗ੍ਰੰਥਾਕਾਰ ਜੀ ਕਹਿੰਦੇ ਨੇ ਕਿ ਗੁਣਾਂ ਦੀ ਖਾਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਦਿਨ ਬੈਠੇ ਹੋਏ ਸਨ ਸਹਿਜ ਸੁਭਾ, ਕਰਨਾ ਲੋਚਨ ਬਿਖੈ ਮਹਾਨੀ, ਜਿਨ੍ਹਾਂ ਸਤਿਗੁਰਾਂ ਦੇ ਲੋਚਨਾਂ ਦੇ ਵਿੱਚ, ਨੇਤਰਾਂ ਦੇ ਵਿੱਚ ਦਇਆ ਛਾਈ ਹੋਈ। ਫਿਰਨਾ ਖਹਿਰਾ ਜੋਦ ਦੋਏ, ਜਗ ਆਸਾ ਧਰ ਆਸ, ਆਏ ਕਰੇ ਪਾਇਨ ਪਦਮ, ਪੁਨ ਬੈਠੇ ਪ੍ਰਭ ਪਾਸ। ਉਸ ਵੇਲੇ ਫਿਰਨਾ ਤੇ ਖਹਿਰਾ ਦੋਵੇਂ ਉਸ ਜਗ੍ਹਾ ਦੇ ਉੱਤੇ ਜਗਿਆਸਾ ਨੂੰ ਧਾਰਨ ਕਰਕੇ ਪਹੁੰਚ ਗਏ ਨੇ। ਆਏ ਪਰੇ ਪਾਇਨ ਪਦਮ, ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਆਣ ਕੇ ਮੱਥਾ ਟੇਕਿਆ ਔਰ ਫਿਰ ਸਤਿਗੁਰਾਂ ਦੇ ਕੋਲ ਬਹਿ ਗਏ। ਹਾਥ ਬੰਦ ਅਰਦਾਸ ਉਚਾਰੀ, ਹਮ ਆਏ ਅਬ ਸ਼ਰਨ ਤੁਮਾਰੀ। ਦੋਵਾਂ ਨੇ ਹੱਥ ਜੋੜ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ, ਅਰਜ਼ ਕੀਤੀ ਹੈ, ਹਮ ਆਏ ਅਬ ਸ਼ਰਨ ਤੁਮਾਰੀ, ਹੇ ਗੁਰੂ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹੋਏ। ਨਿਜ ਉਪਦੇਸ਼ ਕਰੋ ਬਖਿਆਨਾ, ਜਿਸ ਪ੍ਰਕਾਰ ਹੈ ਹਮ ਕਲਿਆਣਾ। ਕਹਿੰਦੇ ਨੇ ਗਰੀਬ ਨਵਾਜ ਆਪਣੇ ਪਵਿੱਤਰ ਉਪਦੇਸ਼ ਦਾ ਸਾਨੂੰ ਗਿਆਨ ਕਰਵਾਓ, ਬਖਾਣ ਕਰੋ, ਜਿਸ ਉਪਦੇਸ਼ ਨੂੰ ਸੁਣਨ ਦੇ ਨਾਲ ਸਾਡਾ ਕਲਿਆਣ ਹੋਇਆ। ਸਿੱਖੀ ਪ੍ਰਾਪਤ ਮਨ ਮੈਂ ਹੋਵੇ, ਬੌਰ ਨ ਕਬਹੂ ਕਾਲ ਬਿਗੋਵੇ। ਇਸ ਤਰ੍ਹਾਂ ਦਾ ਗਿਆਨ ਕਰਵਾਓ ਕਿ ਇਹ ਸੱਚੇ ਪਾਤਸ਼ਾਹ ਸਾਨੂੰ ਸਿੱਖੀ ਦੀ ਪ੍ਰਾਪਤੀ ਹੋਵੇ, ਔਰ ਕਹਿੰਦੇ ਨੇ ਕਦੇ ਵੀ ਕਾਲ ਨਾ ਬਿਗੋਵੇ, ਭਾਵ ਕਿ ਕਾਲ ਕਦੇ ਖੁਆਰ ਨਾ ਕਰੇ। ਪ੍ਰਭੂ ਪਾਖਿਓ ਮਨ ਨੀਵੈ ਜੋਏ, ਤਿਨ ਕੋ ਸਿੱਖੀ ਪ੍ਰਾਪਤ ਹੋਏ। ਉਹਨਾਂ ਦੀ ਅਰਜ਼ ਨੂੰ ਸੁਣ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰੇਮੀਓ, ਮਨ ਨੀਵਾਂ ਜੋਏ, ਜਿਨ੍ਹਾਂ ਮਨੁੱਖਾਂ ਦਾ ਮਨ ਨੀਵਾਂ ਹੁੰਦਾ ਹੈ ਨਾ, ਉਹਨਾਂ ਨੂੰ ਕਹਿੰਦੇ ਨੇ ਕਿ ਸਿੱਖੀ ਦੀ ਪ੍ਰਾਪਤੀ ਹੁੰਦੀ। ਸੇਵਾ ਜੋ ਤੁਮ ਪਾਸ ਤੇ, ਸਿੱਖਣ ਕੀ ਹੋਏ ਆਏ, ਤਉ ਕਰੀਏ ਹਿਤ ਕਰ ਹਿਰਦੈ, ਪਗ ਪਖਾਰ ਮੁਖ ਪਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇਕਰ ਤੁਸੀਂ ਸੇਵਾ ਕਰ ਸਕਦੇ ਹੋ ਸਿੱਖਾਂ ਦੀ, ਤੇ ਜਿੰਨੀ ਹੋ ਸਕੇ ਉਹ ਸੇਵਾ ਕਰੋ। ਪ੍ਰੇਮ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਸਿੱਖਾਂ ਦੀ ਸੇਵਾ ਕਰੋ, ਉਹਨਾਂ ਦੇ ਚਰਨਾਂ ਨੂੰ ਧੋਵੋ, ਔਰ ਕਹਿੰਦੇ ਨੇ ਕਿ ਉਹਨਾਂ ਨੂੰ ਖਾਣਾ ਛਕਾਓ, ਭੋਜਨ ਦਿਓ। ਪਿਛਲੀ ਨਿਸਾ ਕਰੋ ਇਸ਼ਨਾਨਾ, ਸਦਾ ਸ਼ਬਦ ਅਭਿਆਸ ਪਰਮਾਨਾ। ਪਿਛਲੀ ਰਾਤ ਰਹਿੰਦੀ ਦੇ ਨਾਲ ਉੱਠ ਕੇ ਇਸ਼ਨਾਨ ਪਾਣੀ ਕਰਕੇ ਫਿਰ ਕਹਿੰਦੇ ਨੇ ਕਿ ਸ਼ਬਦ ਦਾ ਅਭਿਆਸ ਕਰੋ। ਪਰਮਾਨਾ, ਪਰਮਾਨਾ ਤੋਂ ਕਹਿਣ ਤੋਂ ਭਾਵ ਹੈ ਕਿ ਅਭਿਆਸ ਕਰਨਾ ਤੁਸੀਂ ਸਾਰਿਆਂ ਤੋਂ ਚੰਗਾ ਸ੍ਰੇਸ਼ਟ ਜਾਣੋ। ਮਨ ਨੀਵੇਂ ਸਤ ਸੰਗਤ ਜਾਏ, ਗੁਰ ਕੋ ਸ਼ਬਦ ਸੁਣੋ ਹਿਤ ਲਾਏ। ਗੁਰੂ ਜੀ ਉਪਦੇਸ਼ ਦੇ ਰਹੇ ਨੇ, ਸਿੱਖਿਆ ਦੇ ਰਹੇ ਨੇ
ਕਿ ਮਨ ਨੂੰ ਨੀਵਾਂ ਕਰਕੇ ਸਤ ਸੰਗਤ ਦੇ ਵਿੱਚ ਜਾਵੋ ਔਰ ਗੁਰੂ ਦੇ ਜਿਹੜੇ ਸ਼ਬਦ ਨੇ ਨਾ ਉਹਨਾਂ ਨੂੰ ਹਿੱਤ ਦੇ ਨਾਲ ਸੁਣੋ। ਜਾਨੋ ਵਾਹਿਗੁਰੂ ਕੋ ਸੁਆਮੀ, ਦਾਸ ਆਪਨੋ ਲਖੋ ਸਖਾਮੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਨੂੰ ਭਾਵ ਕਿ ਪਰਮੇਸ਼ਰ ਨੂੰ ਆਪਣਾ ਸੁਆਮੀ ਸਮਝੋ, ਮਾਲਕ ਸਮਝੋ, ਔਰ ਕਹਿੰਦੇ ਨੇ ਦਾਸ ਆਪਣੋ ਲਖੋ ਸਖਾਮੀ, ਆਪਣੇ ਆਪ ਨੂੰ ਜਾਣੋ ਕਿ ਅਸੀਂ ਸਾਰਿਆਂ ਹੀ ਔਗਣਾਂ ਦੇ ਭਰੇ ਹੋਏ ਉਸ ਅਕਾਲ ਪੁਰਖ ਦੇ ਦਾਸ ਹਾਂ। ਸਿੱਖੀ ਸਿੱਖ ਸਤ ਗੁਰੂ ਤੇ, ਤੈਸੀ ਕੀਨੀ ਕਾਰ, ਜਨਮ ਮਰਨ ਛੁਟ ਕਸ਼ਟ ਤੇ, ਤਿੰਨ ਕੋ ਭਇਓ ਉਧਾਰ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਨੇ ਸਤਿਗੁਰਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਧਾਰਨ ਕੀਤਾ। ਜਿਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਕੀਤਾ ਉਸੇ ਤਰ੍ਹਾਂ ਕੀਤਾ। ਉਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦਾ ਉਧਾਰ ਹੋ ਗਿਆ। ਜੰਮਣ ਤੇ ਮਰਨ ਦੇ ਜਿਹੜੇ ਕਸ਼ਟ ਨੇ ਨਾ ਉਹ ਦੂਰ ਹੋ ਗਏ। ਇਸ ਪ੍ਰਕਾਰ ਸੋ ਨਰ ਅਨੇਕੰ, ਕਰ ਉਪਦੇਸ਼ ਦਿਓ ਸੋ ਬਵੇਕੰ। ਗ੍ਰੰਥਾਕਾਰ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਬੇਅੰਤਾਂ ਨੂੰ ਤਾਰਿਆ, ਆਪਣਾ ਪਵਿੱਤਰ ਉਪਦੇਸ਼ ਦਿੱਤਾ ਔਰ ਲੋਕਾਂ ਨੂੰ ਵਿਵੇਕ ਦੇ ਗਿਆਨ ਦੇ ਧਾਰਨੀ ਕੀਤਾ। ਗ੍ਰੰਥ ਬੜਨ ਤੇ ਬਰਨੇ ਨਾਹੀ, ਮਾਤੇ ਅਨੁਸਾਰ ਕਛਕ ਮੈਂ ਪ੍ਰਾਹੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਮੇਰਾ ਲਿਖਿਆ ਹੋਇਆ ਗ੍ਰੰਥ ਕਿਤੇ ਬਹੁਤਾ ਹੀ ਜ਼ਿਆਦਾ ਵੱਡਾ ਨਾ ਹੋ ਜਾਵੇ, ਇਸ ਕਰਕੇ ਮੈਂ ਬਹੁਤਿਆਂ ਸਿੱਖਾਂ ਦੀਆਂ ਸਾਖੀਆਂ ਨਹੀਂ ਲਿਖੀਆਂ। ਕਵੀ ਜੀ ਕਹਿੰਦੇ ਨੇ ਕਿ ਆਪਣੀ ਮੱਤ ਦੇ ਅਨੁਸਾਰ ਥੋੜ੍ਹੀਆਂ ਜਿਹੀਆਂ ਸਿੱਖਾਂ ਦੀਆਂ ਛੋਟੀਆਂ ਛੋਟੀਆਂ ਮੈਂ ਸਾਖੀਆਂ ਬਿਆਨ ਕੀਤੀਆਂ ਨੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ ਇੱਕ ਦੋਹਰੇ ਦੇ ਨਾਲ। ਇਸ ਦੋਹਰੇ ਦੇ ਵਿੱਚ ਗ੍ਰੰਥਾਕਾਰ ਜੀ ਕਲਾ ਦੀ ਦੇਵੀ ਸ਼ਾਰਦਾ ਦਾ ਮੰਗਲ ਕਰਦੇ ਨੇ। ਨਮੋ ਸ਼ਾਰਦਾ ਕੋ ਸਦਾ, ਸੁਮਤ ਹਿਰਦੈ ਪ੍ਰਕਾਸ਼, ਕਿਰਪਾ ਧਾਰ ਪੂਰਨ ਕਰੋ, ਸ੍ਰੀ ਗੁਰ ਕੋ ਇਤਿਹਾਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਹੇ ਹਿਰਦੇ ਦੇ ਵਿੱਚ ਸ੍ਰੇਸ਼ਟ ਬੁੱਧੀ ਦਾ ਪ੍ਰਕਾਸ਼ ਕਰਨੇ ਵਾਲੀ ਸ਼ਾਰਦਾ, ਤੈਨੂੰ ਸਦਾ ਨਮਸਕਾਰ ਹੋਵੇ। ਕਿਰਪਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਮੇਰੇ ਤੋਂ ਪੂਰਨ ਤੁਸੀਂ ਕਰਵਾ ਦਿਓ। ਸੁਣੀਏ ਸਿਰਿ ਤ੍ਰੇਹਣ ਕੁਲ ਮੋਰੰ, ਪ੍ਰਭ ਕੀ ਕਥਾ ਅਗਾਰੀ ਔਰੰ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਇਹ ਜਿੰਨੀਆਂ ਵੀ ਸਾਖੀਆਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਸਾਖੀਆਂ ਭਾਈ ਬਾਲਾ ਜੀ ਸੁਣਾ ਰਹੇ ਨੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ। ਇਸ ਵੇਲੇ ਭਾਈ ਬਾਲਾ ਜੀ ਕਹਿੰਦੇ ਨੇ ਕਿ ਹੇ ਤ੍ਰੇਹਣ ਕੁਲ ਦੇ ਸਿਰਮੌਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਸੁਣੋ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪ੍ਰਭੂ ਦੀ ਅਗਲੀ ਕਥਾ। ਸਿੱਖੀ ਕੀ ਸਰਤਾ ਬਿਸਤਾਰੀ, ਜਹ ਕਹਿ ਸਗਰੇ ਜਗਤ ਮਜਾਰੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਨੋ ਕਿ ਸਿੱਖੀ ਰੂਪੀ ਇੱਕ ਨਦੀ ਦਾ ਪ੍ਰਵਾਹ ਚਲਾਇਆ ਹੋਇਆ, ਔਰ ਨਦੀ ਇਸ ਦਾ ਜਿਹੜਾ ਪ੍ਰਵਾਹ ਹੈ ਨਾ ਉਹ ਜਗ੍ਹਾ ਜਗ੍ਹਾ ਦੇ ਉੱਤੇ ਫੈਲਿਆ ਹੋਇਆ। ਸਿੱਖਣ ਕੇ ਮਨ ਮੀਨ ਸਮਾਨਾ, ਚਾਹੇ ਨ ਬਿਰਹ ਹੋਏ ਹੱਥ ਪ੍ਰਾਨਾ। ਹੁਣ ਕਵੀ ਜੀ ਕਹਿੰਦੇ ਨੇ ਕਿ ਸਿੱਖੀ ਜਿਹੜੀ ਹੈ ਨਾ ਉਹ ਇੱਕ ਬਹੁਤ ਵੱਡੀ ਨਦੀ ਦੀ ਤਰ੍ਹਾਂ ਹੈ, ਔਰ ਜਿਹੜੇ ਸਿੱਖ ਨੇ ਉਹਨਾਂ ਨੇ ਆਪਣੇ ਮਨ ਨੂੰ ਮੀਨ ਵਰਗਾ ਭਾਵ ਕੇ ਮੱਛੀ ਵਰਗਾ ਬਣਾਇਆ ਹੋਇਆ। ਚਾਹੇ ਨਾ ਬਿਰਹ ਹੋਏ ਹੱਥ ਪ੍ਰਾਨਾ, ਕਹਿਣ ਤੋਂ ਭਾਵ ਹੈ ਕਿ ਚਾਹੁੰਦੇ ਨਹੀਂ ਹਨ ਕਿ ਇਸ ਨਦੀ ਤੋਂ ਸਾਡਾ ਵਿਛੋੜਾ ਹੋ ਜਾਵੇ, ਭਾਵੇਂ ਸਾਡੇ ਪ੍ਰਾਣਾਂ ਦਾ ਨਾਸ ਹੋ ਜਾਵੇ, ਪਰ ਸਿੱਖੀ ਰੂਪੀ ਨਦੀ ਦੇ ਵਿੱਚੋਂ ਉਹ ਬਾਹਰ ਨਹੀਂ ਆਉਣਾ ਚਾਹੁੰਦੇ। ਲਾਗੇ ਕਰਨ ਸ਼ਬਦ ਅਭਿਆਸਾ, ਸਿਮਰਨ ਵਾਹਿਗੁਰੂ ਪ੍ਰਕਾਸ਼ਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਧਾਰਨ ਕਰਕੇ ਜਿੰਨੇ ਵੀ ਉਸ ਵੇਲੇ ਸਿੱਖ ਨੇ ਉਹ ਸ਼ਬਦ ਦਾ ਅਭਿਆਸ ਕਰਦੇ ਨੇ, ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਨੇ, ਜਿਸ ਜਾਪ ਨੂੰ ਜਪਣ ਦੇ ਨਾਲ ਹਿਰਦੇ ਦੇ ਅੰਦਰ ਪ੍ਰਕਾਸ਼ ਹੁੰਦਾ ਹੈ, ਗਿਆਨ ਵੱਧਦਾ। ਸਿੱਖੀ ਭਾਉ ਦੇਖ ਬੇਹੇਤਾ, ਗਮਨ ਕੀਨ ਬੇਦੀ ਕੁਲ ਕੇਤਾ। ਬੇਦੀ ਕੁਲ ਦੇ ਸਰਮੌਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ
ਉਸ ਵੇਲੇ ਇਹ ਵਿਚਾਰ ਮਨ ਦੇ ਵਿੱਚ ਧਾਰਨ ਕੀਤਾ ਕਿ ਦੇਖੀਏ ਕਿ ਮੇਰੇ ਬਣਾਏ ਹੋਏ ਸਿੱਖਾਂ ਦੇ ਹਿਰਦੇ ਦੇ ਵਿੱਚ ਕਿੰਨਾ ਕੁ ਭਾਵ ਹੈ, ਕਿੰਨਾ ਕੁ ਪ੍ਰੇਮ। ਮੁਝ ਕੋ ਆਪਣੇ ਲੀਨ ਸੰਗਾਰੇ, ਪਹੁੰਚੇ ਇੱਕ ਪੁਰ ਜਾਏ ਮਝਾਰੇ। ਹੁਣ ਭਾਈ ਬਾਲਾ ਜੀ ਕਹਿੰਦੇ ਨੇ, हे ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਨਾਲ ਇਹ ਵਿਚਾਰ ਕੀਤਾ ਹੈ ਕਿ ਹੁਣ ਜਾ ਕੇ ਜਗ੍ਹਾ ਜਗ੍ਹਾ ਦੇ ਉੱਤੇ ਦੇਖੀਏ ਕਿ ਜਿਹੜੀ ਮੈਂ ਸਿੱਖੀ ਦਾ ਪ੍ਰਗਟਾਵਾ ਕੀਤਾ ਹੈ, ਮੇਰੇ ਬਣਾਏ ਹੋਏ ਸਿੱਖਾਂ ਦੇ ਮਨ ਦੇ ਅੰਦਰ ਕਿੰਨਾ ਕੁ ਪ੍ਰੇਮ ਹੈ। ਭਾਈ ਬਾਲਾ ਜੀ ਕਹਿੰਦੇ ਨੇ, ਮੈਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਨਾਲ ਲਿਆ, ਕਰਤਾਰਪੁਰ ਤੋਂ ਚੱਲ ਪਏ ਨੇ, ਇੱਕ ਹੋਰ ਕਿਸੇ ਜਗ੍ਹਾ ਦੇ ਉੱਤੇ ਪਹੁੰਚ ਗਏ। ਸੇਖ ਤੇ ਖਾਨ ਬਸੇ ਤੇ ਥਾਨਾ, ਜਿਹ ਕੀ ਅਲਪ ਚਲੇ ਗੁਜ਼ਰਾਨਾ। ਭਾਈ ਬਾਲਾ ਜੀ ਕਹਿੰਦੇ ਨੇ ਕਿ ਇੱਕ ਤਰਖਾਣ ਸਿੱਖ ਦੇ ਘਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਨੇ। ਜਿਹ ਕੀ ਅਲਪ ਚਲੇ ਗੁਜ਼ਰਾਨਾ, ਉਹ ਜਿਹੜਾ ਤਰਖਾਣ ਸਿੱਖ ਹੈ ਉਹ ਬਹੁਤ ਹੀ ਜ਼ਿਆਦਾ ਗਰੀਬ ਹੈ। ਕਹਿੰਦੇ ਨੇ ਕਿ ਉਹਦਾ ਆਪਣਾ ਜਿਹੜਾ ਗੁਜ਼ਾਰਾ ਹੈ ਨਾ, ਉਹ ਹੀ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਤਰਖਾਣ ਦੇ ਘਰ ਦੇ ਵਿੱਚ ਪਹੁੰਚੇ ਨੇ। ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਤਰੀਕੇ ਦੇ ਨਾਲ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਉਹ ਤਰਖਾਣ ਸਿੱਖ ਆਪਣੀ ਪ੍ਰੇਮਾ ਭਗਤੀ ਦਾ ਪ੍ਰਗਟਾਵਾ ਕਰੇਗਾ, ਕਿਸ ਤਰ੍ਹਾਂ ਦਾ ਪ੍ਰੇਮ ਜਤਾਵੇਗਾ, ਜਿਸ ਤਰ੍ਹਾਂ ਕਵੀ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार, हे निर्गुण सब टेक, हे गोविंद हे गुण निधान, जाकै सदा विवेक, हे अपरंपर हर हरे ठहपी होवनहार, हे संताह कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो हिय परोय, याही कुल ते प्रगट हो ताही कुल को नाम, पुन द्वादश गुरिंद को मेरी है प्रणाम।